ਕਿਵੇਂ ਸੱਚ ਹੋ ਸਕਦੇ ਨੇ ਖੂਬਸੂਰਤ ख्वाब, ਕਿਵੇਂ ਥੰਮੀਏ ਬੇਕਾਬੂ ਖਿਆਲਾਂ ਦੇ ਸੈਲਾਬ, ਕਿਵੇਂ ਜ਼ਿੰਦਗੀ ਨਾਲ ਹੋ ਜਾਏ ਮੁਹੱਬਤ ਬੇਹਿਸਾਬ, ਕਿਵੇਂ ਖੁਦ ਹੀ ਲਿਖੀਏ ਆਪਣੀ ਜ਼ਿੰਦਗੀ ਦੀ ਕਿਤਾਬ। ਕੀ ਤੁਸੀਂ ਵੀ ਲੱਭ ਰਹੇ ਹੋ ਇਹਨਾਂ ਸਵਾਲਾਂ ਦੇ ਜਵਾਬ? ਤਾਂ ਸੁਣੋ ਦ ਨਵਜੋਤ ਢਿੱਲੋਂ ਸ਼ੋ, ਓਨਲੀ ਔਨ AM 600 ਸ਼ੇਰੇ ਪੰਜਾਬ। ਸ਼ੇਰੀ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋ। ਅੱਜ ਦੇ ਇਸ ਸ਼ੋ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਅੱਜ 6 ਜੂਨ ਦਾ ਦਿਨ ਹੈ। 6 ਜੂਨ 1984 ਦੀ ਅਸੀਂ ਗੱਲ ਕਰੀਏ ਤਾਂ ਉਹ ਇੱਕ ਦਿਨ ਸੀ ਜਿਸ ਵੇਲੇ ਭਾਰਤ ਦੇ ਵਿੱਚ ਜਿਹੜਾ ਮਾਹੌਲ ਸੀ ਬਣਿਆ ਹੋਇਆ, ਬਹੁਤ ਜ਼ਿਆਦਾ ਤਣਾਅ ਵਾਲੀ ਸਥਿਤੀ ਸੀ। ਤਣਾਅ ਵਾਲੀ, ਗੜਬੜ ਵਾਲੀ ਅਤੇ ਨਾਲ ਅਸ਼ਾਂਤੀ, ਅਤੇ ਜਿੰਨੇ ਅਸੀਂ ਨੈਗੇਟਿਵ ਵਿਸ਼ੇਸ਼ਣ ਜਿਹੜੇ ਆ ਉਹ ਲਾ ਸਕਦੇ ਹਾਂ ਉਸ ਦਿਨ ਬਾਰੇ ਲਾਏ ਜਾ ਸਕਦੇ ਆ। ਲੋਕ ਕਿਸ ਸਥਿਤੀ ਦੇ ਵਿੱਚ ਸਨ, ਕਿਸ ਮਾਨਸਿਕ ਸਥਿਤੀ ਦੇ ਵਿੱਚ ਸਨ ਉਸ ਵੇਲੇ, ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਜਦੋਂ ਹਮਲਾ ਹੋਇਆ, ਜਿਹਨੂੰ ਆਪਾਂ ਆਪਰੇਸ਼ਨ ਬਲੂ ਸਟਾਰ ਦੇ ਨਾਂ ਦੇ ਨਾਲ ਯਾਦ ਕਰਦੇ ਹਾਂ, ਇਸ ਵੇਲੇ ਕਿੰਨੇ ਸਾਲ ਹੋ ਚੁੱਕੇ ਨੇ? ਅਗਲੇ ਸਾਲ 40 ਸਾਲ ਹੋ ਜਾਣੇ ਆ। ਪਰ ਜਿਨ੍ਹਾਂ ਲੋਕਾਂ ਨੇ ਇਹ ਦਰਦ ਆਪਣੇ ਉੱਪਰ ਹੰਢਾਇਆ, ਜਿਨ੍ਹਾਂ ਨੇ ਇਹ ਸਾਰਾ ਘਟਨਾਕ੍ਰਮ ਦੇਖਿਆ, ਉਸ ਤੋਂ ਪਹਿਲਾਂ ਦਾ, ਉਸ ਤੋਂ ਬਾਅਦ ਦਾ ਅਤੇ ਈਵਨ ਹੁਣ ਤੱਕ ਦਾ, ਉਹਨਾਂ ਦੇ ਕੋਲੋਂ ਜੇ ਤੁਸੀਂ ਇਸ ਚੀਜ਼ ਦਾ ਬਿਆਨ ਸੁਣਦੇ ਆ ਤਾਂ ਸੁਣਨਾ ਔਖਾ ਹੋ ਜਾਂਦਾ। ਪੰਜਾਬ ਦੇ ਜੋ ਉਸ ਵੇਲੇ ਹਾਲਾਤ ਸਨ, ਕੀ ਉਹਨਾਂ ਹਾਲਾਤ ਨੂੰ ਟਾਲਿਆ ਜਾ ਸਕਦਾ ਸੀ? ਅੱਜ ਜਦੋਂ ਅਸੀਂ ਆਪਰੇਸ਼ਨ ਬਲੂ ਸਟਾਰ ਦੀ ਦੁਖਾਂਤ ਨੂੰ ਯਾਦ ਕਰਦੇ ਹਾਂ, ਲੂੰ ਕੰਡੇ ਖੜ੍ਹੇ ਹੁੰਦੇ ਆ ਜਦੋਂ ਤੁਸੀਂ ਈਵਨ ਖਬਰਾਂ ਵੀ ਪੜ੍ਹਦੇ ਹੋ, ਆਰਟੀਕਲਸ ਪੜ੍ਹਦੇ ਹੋ ਲੋਕਾਂ ਦੇ, ਅਤੇ ਜਿਨ੍ਹਾਂ ਨੇ ਹੰਢਾਇਆ ਉਹਨਾਂ ਦੀ ਸਥਿਤੀ ਬਾਰੇ ਤਾਂ ਅਸੀਂ ਕੀ ਅੰਦਾਜ਼ਾ ਲਾਉਣਾ। ਦੋ ਤਰ੍ਹਾਂ ਦੀ ਰਾਏ ਚੱਲਦੀ ਆ। ਬਹੁਤ ਵਾਰੀ ਅਸੀਂ ਇਹ ਸੁਨੇਹਾ ਲੈਂਦੇ ਜਿਹਦੇ 'ਚ ਕਿਹਾ ਜਾਂਦਾ ਕਿ 84 ਨਾ ਭੁੱਲੋ, ਸਾਨੂੰ 84 ਭੁੱਲਣੀ ਨਹੀਂ ਚਾਹੀਦੀ। ਦੂਜੇ ਪਾਸੇ ਉਹ ਲੋਕ ਨੇ ਜਿਹੜੇ ਕਹਿੰਦੇ ਆ ਭੁੱਲ ਕੇ ਅਗਾਂਹ ਵਧਣਾ ਚਾਹੀਦਾ ਹੈ। ਪਰ ਸਮਝ ਨਹੀਂ ਲੱਗਦੀ ਕਿ ਜਦੋਂ 1984 ਬਾਰੇ ਅਸੀਂ ਗੱਲ ਕਰਦੇ ਹਾਂ, ਨਵੀਂ ਪੀੜ੍ਹੀ ਨੂੰ ਅਸੀਂ ਕੀ ਦੱਸੀਏ, ਕਿਵੇਂ ਦੱਸੀਏ, ਕਿ ਕੀ ਅਸੀਂ ਯਾਦ ਰੱਖਣਾ, ਉਹਨਾਂ ਯਾਦਾਂ ਦੇ ਵਿੱਚ ਕੀ ਸ਼ਾਮਿਲ ਹੈ, ਕੀ ਅਸੀਂ ਭੁੱਲ ਜਾਈਏ, ਕੀ ਨਾ ਭੁੱਲੀਏ, ਕਿਉਂ ਨਾ ਭੁੱਲੀਏ। ਬਹੁਤ ਸਾਰੇ ਸਵਾਲ ਨੇ ਮਨ ਦੇ ਵਿੱਚ, ਅਤੇ ਅੱਜ ਮੈਂ ਆਪਣੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇੱਕ ਮਹਿਮਾਨ ਸ਼ਾਮਿਲ ਕਰਨ ਲੱਗੀ ਹਾਂ, ਜਿਨ੍ਹਾਂ ਬਾਰੇ ਮੈਂ ਦੱਸਣ ਲੱਗਾ ਤਾਂ ਬਹੁਤ ਲੰਬਾ ਸਮਾਂ ਮੈਨੂੰ ਚਾਹੀਦਾ ਹੋਏਗਾ ਉਹਨਾਂ ਦੀ ਇੰਟਰੋਡਕਸ਼ਨ ਦੇਣ ਦੇ ਲਈ, ਪਰ ਮੈਂ ਮੋਟੇ ਤੌਰ 'ਤੇ ਦੱਸਣਾ ਚਾਹੁੰਦੀ ਹਾਂ। ਡਾਕਟਰ ਪ੍ਰੀਤਮ ਸਿੰਘ ਮੇਰੇ ਨਾਲ ਇਸ ਵੇਲੇ ਇੰਗਲੈਂਡ ਤੋਂ ਜੁੜ ਰਹੇ ਨੇ, UK ਤੋਂ, ਜਿਹੜੇ ਕਿ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਰਹੇ ਨੇ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਰਹੇ ਆ, JNU ਦੇ ਵਿੱਚ ਵੀ ਉਹ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ 'ਤੇ ਜਾਂਦੇ ਰਹੇ ਨੇ, ਰਸ਼ੀਆ ਦੇ ਵਿੱਚ। ਇਸ ਤੋਂ ਇਲਾਵਾ ਦੁਨੀਆ ਦੀਆਂ ਹੋਰ ਵੱਖ-ਵੱਖ ਯੂਨੀਵਰਸਿਟੀਜ਼ ਦੇ ਵਿੱਚ ਉਹ ਆਪਣਾ ਜਿਹੜਾ ਗਿਆਨ ਹੈ ਉਹਨੂੰ ਵੰਡਦੇ ਨੇ, ਸ਼ੇਅਰ ਕਰਦੇ ਨੇ। ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ 'ਤੇ ਉਹ ਕੰਮ ਕਰਦੇ ਨੇ, ਇੱਕ ਇਕੋਨੋਮਿਸਟ ਨੇ। ਡਾਕਟਰ ਪ੍ਰੀਤਮ ਸਿੰਘ ਜਿਹੜੇ ਪੰਜਾਬ ਦੇ ਮਸਲਿਆਂ ਦੀ ਬਹੁਤ ਡੂੰਘੀ ਸਮਝ ਰੱਖਦੇ ਆ, ਪੰਜਾਬ ਦੇ ਉਸ ਵੇਲੇ ਦੇ ਗੜਬੜ ਵਾਲੇ ਜਿਹੜੇ ਹਾਲਾਤ ਨੇ ਉਹਨਾਂ ਬਾਰੇ, ਤਾਂ ਈਵਨ ਹੁਣ ਜਿਹੜੇ ਮੌਜੂਦਾ ਹਾਲਾਤ ਨੇ ਇਸ ਬਾਰੇ ਡੂੰਘੀ ਸਮਝ ਰੱਖਦੇ ਨੇ, ਸੂਝ ਰੱਖਦੇ ਨੇ। ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਆਪਰੇਸ਼ਨ ਬਲੂ ਸਟਾਰ ਦੇ ਸੰਬੰਧ ਦੇ ਵਿੱਚ। ਡਾਕਟਰ ਪ੍ਰੀਤਮ ਸਿੰਘ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ। ਸੋ ਡਾਕਟਰ ਸਾਹਿਬ, ਮੈਂ ਇੱਥੋਂ ਹੀ ਥੋੜ੍ਹਾ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਕਿ ਆਪਰੇਸ਼ਨ ਬਲੂ ਸਟਾਰ ਵੇਲੇ ਮੈਨੂੰ ਪਤਾ ਲੱਗਾ ਕਿ ਅੱਜ ਦਾ ਹੀ ਦਿਨ ਸੀ, 6 ਜੂਨ ਦਾ ਹੀ ਦਿਨ ਸੀ, ਜਦੋਂ ਖੁੱਲ੍ਹ ਕੇ ਇਹ ਖਬਰ ਸਾਹਮਣੇ ਆਈ, ਅਤੇ ਖਬਰ ਵੀ ਉਹ ਭਾਰਤੀ ਮੀਡੀਆ ਜਿਹੜਾ ਕਿ ਸਟੇਟ ਕੰਟਰੋਲ ਮੀਡੀਆ ਸੀ, ਚਾਹੇ ਉਹ ਦੂਰਦਰਸ਼ਨ ਸੀ ਜਾਂ ਆਲ ਇੰਡੀਆ ਰੇਡੀਓ ਸੀ, ਉਹਦੇ ਵਿੱਚ ਇਹ ਗੱਲ ਪ੍ਰਸਾਰਿਤ ਕੀਤੀ ਗਈ ਕਿ 99 ਫੌਜੀ ਮਾਰੇ ਗਏ ਆ, 200 ਅੱਤਵਾਦੀ ਮਾਰੇ ਗਏ ਆ। ਅਤੇ ਉਸ ਤੋਂ ਬਾਅਦ ਸਾਰੀ ਸਥਿਤੀ ਤੁਸੀਂ ਜਾਣਦੇ ਹੋ। ਪਰ ਇਹ ਜਿਹੜੀ ਖਬਰ ਜਿਸ ਵੇਲੇ ਤੁਹਾਡੇ ਤੱਕ ਪਹੁੰਚੀ, ਸਾਰਾ ਘਟਨਾਕ੍ਰਮ ਸਿਮਟ ਕੇ ਉਹਨਾਂ ਨੇ ਸਮੇਟ ਕੇ ਇੰਨਾ ਕੁ ਪੇਸ਼ ਕਰ ਦਿੱਤਾ ਗਿਆ, ਉਹ ਖਬਰ ਸੁਣਦੇ ਸਾਰ ਤੁਹਾਡੀ ਆਪਣੀ ਪ੍ਰਤੀਕਿਰਿਆ ਕੀ ਸੀ? ਤੁਸੀਂ ਕਿੱਥੇ ਸੀ ਅਤੇ ਆਲੇ ਦੁਆਲੇ ਮਾਹੌਲ ਕਿਹੋ ਜਿਹਾ ਸੀ? ਹਾਂਜੀ, ਬਹੁਤ ਅੱਛਾ ਸਵਾਲ ਹੈ ਤੁਹਾਡਾ। ਮੈਂ ਉਦੋਂ ਚੰਡੀਗੜ੍ਹ ਸੀ, ਪੰਜਾਬ ਯੂਨੀਵਰਸਿਟੀ 'ਚ ਪੜ੍ਹਾ ਰਿਹਾ ਸੀ। ਮੇਰੇ ਵਾਈਫ MPhil ਕਰ ਰਹੇ ਸੀ ਫਿਲੋਸਫੀ ਦੇ ਵਿੱਚ, ਅਤੇ ਇਹ ਮੈਨੂੰ ਖਬਰ ਬਿਲਕੁਲ ਚੰਗੀ ਤਰ੍ਹਾਂ ਯਾਦ ਹੈ, ਕਿਉਂਕਿ
ਸਾਡੇ ਸਾਹਮਣੇ ਇੱਕ ਘਰ ਸੀ, ਪੰਜਾਬੀ ਹਿੰਦੂ ਮਿਸਟਰ ਕਾਲਰਾ ਰਹਿੰਦੇ ਸੀ, ਬੜਾ ਉਹਨਾਂ ਨਾਲ ਸਾਡਾ ਮੋਹ ਸੀ। ਉਹਨਾਂ ਦੇ ਘਰ ਟੀਵੀ ਸੀ, ਸਾਡੇ ਕੋਲ ਟੀਵੀ ਨਹੀਂ ਸੀ ਉਸ ਵਕਤ, ਤੇ ਉਹਨਾਂ ਨੇ ਰੇਡੀਓ ਔਰ ਟੀਵੀ ਦੋਨੇ ਲਗਾਏ ਹੋਏ ਸੀ। ਤੇ ਰੇਡੀਓ ਤੇ ਖਬਰ ਆਈ, ਤੇ ਜਦੋਂ ਖਬਰ ਆਈ ਤਾਂ ਸਭ ਤੋਂ ਜ਼ਿਆਦਾ ਜਿਹੜਾ ਇੰਪ੍ਰੈਸ਼ਨ ਸੀ ਉਹ ਕਾਲਰਾ ਸਾਹਿਬ ਦਾ ਸੀ। ਉਹ ਕਹਿੰਦਾ 89 ਬੰਦੇ ਮਾਰੇ ਗਏ ਔਰ ਇੰਨੇ ਫੌਜੀ ਮਾਰੇ ਗਏ ਔਰ ਇੰਨੇ ਬੰਦੇ 200 ਤੋਂ ਉੱਪਰ ਦੂਸਰੇ ਲੋਕ ਸ਼ਹੀਦ ਹੋ ਗਏ ਨੇ। ਇਹ ਤਾਂ ਬਹੁਤ ਮਾੜੀ ਖਬਰ ਹੈ। ਉਦੋਂ ਇੰਨੀ ਫਿਗਰ ਹੀ ਬਹੁਤ ਵੱਡੀ ਲੱਗਦੀ ਸੀ, ਕਿਉਂਕਿ ਖਬਰਾਂ ਤਾਂ ਆਉਂਦੀਆਂ ਸੀ ਕਿ ਝਗੜੇ ਹੋਏ ਕਿਸੇ ਜਗ੍ਹਾ, 2 ਜਗ੍ਹਾ, ਇਸ ਜਗ੍ਹਾ 3 ਜਗ੍ਹਾ, ਇਹ ਬਹੁਤ ਵੱਡਾ ਝਗੜਾ। ਉੱਥੋਂ ਇਹ ਲੱਗਦਾ ਸੀ ਕਿ ਬਹੁਤ ਵੱਡਾ ਘਮਸਾਨ ਯੁੱਧ ਹੋਇਆ, ਕਿ ਇੰਨੇ ਲੋਕਾਂ ਦੀ ਜਾਨ ਗਈ ਹੈ, ਹਾਲਾਂਕਿ ਸਰਕਾਰ ਨੇ ਅੰਡਰਸਟੇਟ ਕੀਤਾ ਸੀ। ਉੱਥੋਂ ਇਹ ਸਾਫ਼ ਜ਼ਾਹਰ ਹੋ ਰਿਹਾ ਸੀ ਕਿ ਇਹ ਜੋ ਹੋਇਆ ਉੱਥੇ ਉਹ ਬਹੁਤ ਵੱਡੀ ਘਟਨਾ ਹੈ, ਕੋਈ ਮਤਲਬ ਆਮ ਸਧਾਰਨ ਘਟਨਾ ਨਹੀਂ, ਇਤਿਹਾਸਕ ਘਟਨਾ ਹੈ ਔਰ ਉਹਦੇ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਏਗਾ। ਫਿਰ 7 ਤਰੀਕ ਨੂੰ ਫਿਰ ਇਹ ਅਨਾਉਂਸਮੈਂਟ ਹੋਇਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਲਾਸ਼ ਮਿਲ ਗਈ ਹੈ ਜੀ। ਔਰ ਉਸ ਤੋਂ ਬਾਅਦ ਮਤਲਬ ਇਹਨੇ ਵੇ ਉਹਨਾਂ ਨੇ ਅਨਾਉਂਸ ਕਰਤਾ ਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਹੈ ਉਹ ਕੰਪਲੀਟ ਹੋ ਗਿਆ, ਜਾਂ ਉਹਦੀ ਜਿਹੜੀ ਫੌਜੀ ਕਾਰਵਾਈ ਹੈ ਉਹ ਕੰਪਲੀਟ ਹੋ ਗਈ। ਔਰ ਹਾਲਾਤ ਇੰਨੇ ਮੁਸ਼ਕਿਲ ਸੀ ਜੀ ਕਿ ਅਸੀਂ ਚੰਡੀਗੜ੍ਹ ਜਿੱਥੇ ਰਹਿੰਦੇ ਸੀਗੇ, ਸਾਡੇ ਘਰ ਦੇ ਸਾਹਮਣੇ ਕਾਲੜਾ ਸਾਹਿਬ ਦਾ ਘਰ ਸੀ, ਉਹਨਾਂ ਦੇ ਘਰ ਜਾਣ ਵਕਤ ਵੀ ਧਿਆਨ ਰੱਖਣਾ ਪੈਂਦਾ ਸੀ, ਕਿਉਂਕਿ ਸਾਰਾ ਆਰਮੀ ਨੇ ਆਕੂਪਾਈ ਕੀਤਾ ਹੋਇਆ ਸੀ। ਕਿ ਇੱਕ ਸਟਰੀਟ ਤੋਂ ਦੂਜੀ ਸਟਰੀਟ ਤੱਕ ਜਾਣ ਵਾਸਤੇ ਵੀ ਤੁਹਾਨੂੰ ਲੱਗਦਾ ਸੀਗਾ ਕਿ ਜੇ ਆਰਮੀ ਦੀ ਕੋਈ ਵਹੀਕਲ ਆ ਗਈ, ਉਹਨੇ ਦੇਖ ਲਿਆ ਤਾਂ ਯੂ ਕੈਨ ਬੀ ਸ਼ਾਟ, ਐਂਡ ਕਿ ਮਤਲਬ ਇਹ ਹੈ ਉਹਨਾਂ ਨੂੰ ਹੁਕਮ ਸੀ ਕਿ ਦੇਖਦੇ ਹੀ ਗੋਲੀ ਮਾਰ ਦਿਓ, ਮਾਰ ਸਕਦੇ, ਬਿਲਕੁਲ, ਕਿਉਂਕਿ ਮਾਰਸ਼ਲ ਲਾਅ ਸੀ, ਮਾਰਸ਼ਲ ਲਾਅ, ਔਰ ਮਾਰਸ਼ਲ ਲਾਅ ਵੀ ਇਨ ਦਾ ਐਂਟਾਇਰ ਸਟੇਟ, ਸਾਰੇ ਪੰਜਾਬ ਦੇ ਵਿੱਚ ਮਾਰਸ਼ਲ ਲਾਅ ਸੀ। ਮੈਨੂੰ ਨਹੀਂ ਪਤਾ ਕਿ ਤੁਸੀਂ ਉਸ ਵਕਤ ਕਿੱਥੇ ਸੀ, ਪਰ ਇਹ ਖਬਰਾਂ ਇਹ ਮਿਲਦੀਆਂ ਹੈ ਕਿ ਜਿਹੜੇ ਲੋਕੀ ਖੇਤਾਂ 'ਚ ਕੰਮ ਕਰ ਰਹੇ ਸੀ ਉਹ ਖੇਤਾਂ 'ਚ ਰਹਿ ਗਏ ਜੀ, ਉਹ ਘਰੇ ਨਹੀਂ ਆ ਸਕਦੇ ਸੀ, ਔਰ ਜਿਹੜੇ ਘਰੇ ਸੀ ਉਹ ਖੇਤਾਂ 'ਚ ਨਹੀਂ ਜਾ ਸਕਦੇ ਸੀ। ਇਹ ਠੀਕ ਹੈ ਕਿ ਲੋਕੀ ਤਰੀਕਾ ਲੱਭ ਲੈਂਦੇ ਆ ਉਹਨੂੰ ਵਾਇਲੇਟ ਕਰਨ ਦਾ ਔਰ ਆਪਣਾ ਉਹਨੂੰ ਅਕੋਮੋਡੇਟ ਕਰਨ ਦਾ, ਪਰ ਹਾਲਾਤ ਇਸ ਤੱਕ ਸੀ ਕਿ ਸਾਰੇ ਦਾ ਸਾਰਾ ਸਟੇਟ ਹੈ ਜਿਹੜਾ ਇਟ ਵਾਜ਼ ਅੰਡਰ ਮਾਰਸ਼ਲ ਲਾਅ। ਪਹਿਲੀ ਵਾਰ ਹਿੰਦੁਸਤਾਨ ਦੀ ਪੋਸਟ ਇੰਡੀਪੈਂਡੈਂਸ ਹਿਸਟਰੀ 'ਚ ਹੋ ਰਿਹਾ ਸੀ ਕਿ ਇੱਕ ਸਾਰੇ ਦੇ ਸਟੇਟ ਨੂੰ ਤੁਸੀਂ ਇੱਕ ਮਾਰਸ਼ਲ ਲਾਅ ਦੇ ਵਿੱਚ ਕੰਪਲੀਟ ਚੇਂਜ ਕਰਦਾ। ਕੁਦਰਤੀ ਗੱਲ ਹੈ ਕਿ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਸੀਗਾ ਕਿ ਇਹ ਇੱਕ ਬਹੁਤ ਵੱਡਾ ਸਾਕਾ ਹੋਇਆ। ਮੈਂ ਆਪਣੀ ਇੱਕ ਬੁੱਕ ਦੇ ਵਿੱਚ, ਇੱਕ ਮੇਰੀ ਬੁੱਕ ਹੈ ਫੈਡਰਲਿਜ਼ਮ, ਰੈਸ਼ਨਲਿਜ਼ਮ ਐਂਡ ਡਿਵੈਲਪਮੈਂਟ, ਇੰਡੀਆ ਦਾ ਪੰਜਾਬ ਇਕੋਨਮੀ, ਉਹਦੇ 'ਚ ਇੱਕ ਲੰਬਾ ਹੈ ਤਾਂ ਬੁੱਕ ਇਕੋਨਮੀ ਨਾਲ ਰਿਲੇਟਡ, ਪਰ ਇੱਕ ਲੰਮਾ ਚੈਪਟਰ ਹੈ ਹਿਸਟਰੀ ਬਾਰੇ ਵੀ ਹੈ, ਤਾਂ ਕਿ ਇਕੋਨਮੀ ਨੂੰ ਹਿਸਟੋਰੀਕਲ ਕੰਟੈਕਸਟ ਸਮਝਿਆ ਜਾਵੇ। ਉਹਦੇ 'ਚ ਮੈਂ ਇੱਕ ਵਰਣਨ ਕੀਤਾ ਹੈ, ਬੜਾ ਉਹ ਪਰਸਨਲ ਲੈਵਲ ਤੇ ਹੈ, ਕਿ ਸਾਡੇ ਇੱਥੇ ਤਪਨ ਰੇ ਚੌਧਰੀ ਪ੍ਰੋਫੈਸਰ ਹੁੰਦੇ ਸੀ ਆਕਸਫੋਰਡ ਦੇ ਵਿੱਚ, ਹੁਣ ਗੁਜ਼ਰ ਗਏ। He was a very distinguished professor. ਉਹਨਾਂ ਨੇ ਮੈਨੂੰ ਔਰ ਇੱਕ ਇਫਤਕਾਰ ਮਲਿਕ ਨੇ, ਤੇ ਪ੍ਰੋਫੈਸਰ ਬਾਸਵਾ ਯੂਨੀਵਰਸਿਟੀ ਪੜ੍ਹਾਉਂਦੇ ਆ, ਉਹਨਾਂ ਦੇ ਘਰ ਡਿਨਰ ਸੀ, ਤਾਂ ਉਹਨਾਂ ਨੇ ਇੱਕ ਬੜੀ ਇੰਟਰਸਟਿੰਗ ਗੱਲ ਦੱਸੀ ਸਾਨੂੰ, ਉਹ ਮੈਂ ਬੁੱਕ ਦੇ ਵਿੱਚ ਲਿਖੀ ਹੈ। ਉਹ ਕਹਿੰਦੇ ਕਿ ਅਰਜਨ ਸੇਨ ਗੁਪਤਾ ਮਿਸਿਸ ਗਾਂਧੀ ਦੇ ਪਰਸਨਲ ਐਡਵਾਈਜ਼ਰ ਦੇ ਵਿੱਚੋਂ ਸੀਗਾ। ਉਹ ਮਿਸਿਸ ਗਾਂਧੀ ਨੇ ਜੋ ਗੱਲ ਕੀਤੀ ਅਰਜਨ ਸੇਨ ਗੁਪਤਾ ਨਾਲ, ਅਰਜਨ ਸੇਨ ਗੁਪਤਾ ਨੇ ਤਪਨ ਰੇ ਚੌਧਰੀ ਨੂੰ ਦੱਸੀ, ਉਹਨੇ ਸਾਨੂੰ ਦੱਸੀ। ਉਹ ਕਹਿੰਦੇ ਕਿ ਅਰਜਨ ਸਿੰਘ ਗੁਪਤਾ ਨੂੰ ਮਿਸਿਸ ਗਾਂਧੀ ਨੇ ਕਿਹਾ ਕਿ I have signed my death warrant. So they asked, what do you mean? She says, I've ordered the army into the Golden Temple and I know what powerful emotions are aroused by religion. ਤਾਂ ਇੱਥੋਂ ਇਹ ਲੱਗਦਾ ਹੈ ਕਿ ਮਿਸਿਸ ਗਾਂਧੀ ਨੂੰ ਇਸ ਗੱਲ ਦਾ ਪਤਾ ਸੀ ਕਿ there is a risk to her life, ਕਿ ਜਿਹੜਾ ਡਿਸੀਜਨ ਲੈਣਾ ਹੈ। ਪਰ ਮੇਰੀ ਆਪਣੀ ਅੰਡਰਸਟੈਂਡਿੰਗ ਇਹ ਹੈ ਕਿ she had also calculated ਕਿ ਜੇ ਉਹ ਨਹੀਂ ਲੈਂਦੀ ਫੈਸਲਾ ਤਾਂ ਉਹਦੀ ਪੋਲੀਟੀਕਲ ਡੈਥ ਵੀ ਹੋ ਸਕਦੀ ਹੈ, ਕਿਉਂਕਿ ਬੀਜੇਪੀ ਜਿਹੜੀ ਉਹਦੀ ਆਪੋਨੈਂਟ ਸੀ, ਉਹਨੇ ਇਹ ਮਿਸਿਸ ਗਾਂਧੀ ਅਵੋਇਡ ਕਰ ਸਕਦੀ ਸੀ। ਇਹ ਨਹੀਂ ਹੈ ਕਿ ਆਪਰੇਸ਼ਨ ਬਲੂ ਸਟਾਰ ਅਵੋਇਡ ਨਹੀਂ ਹੋ, ਕਿਉਂਕਿ ਜੇ ਉਹ ਅਕਾਲੀ ਦਲ ਨਾਲ ਸੈਟਲਮੈਂਟ ਕਰ ਲੈਂਦੀ, ਅਕਾਲੀ ਦਲ ਦੀਆਂ ਡਿਮਾਂਡ ਹੈ ਜਿਹੜੀਆਂ ਬੜੀਆਂ ਰੀਜ਼ਨੇਬਲ ਸੀ ਕਿ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਹੈ, ਉਹਨੂੰ ਉਹਦੇ ਤੇ ਕੰਸੀਡਰੇਸ਼ਨ ਕੀਤੀ ਜਾਵੇ। ਇਹ ਨਹੀਂ ਕਹਿ ਰਹੇ ਸੀ ਕਿ ਮੰਨਿਆ ਜਾਵੇ, ਇਹਦੇ ਕੰਸੀਡਰੇਸ਼ਨ ਕੀਤੀ ਜਾਵੇ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦਿੱਤੀ ਜਾਵੇ,
ਪਾਣੀਆਂ ਦਾ ਮਸਲਾ, ਜਿਹੜਾ ਨਹਿਰੀ ਪਾਣੀਆਂ ਦਾ ਮਸਲਾ ਹੈ, ਉਹ ਸਹੀ ਤਰੀਕੇ ਨਾਲ ਨਜਿੱਠਿਆ ਜਾਵੇ। ਸੋ ਉਹਦੇ ਵਿੱਚ ਖਾਲਿਸਤਾਨ ਦੀ ਮੰਗ ਨਹੀਂ ਸੀ? ਖਾਲਿਸਤਾਨ ਦੀ ਮੰਗ ਨਹੀਂ ਸੀ। ਅੱਛਾ, ਖਾਲਿਸਤਾਨ ਦੀ ਮੰਗ ਉਸ ਉਹਦੇ ਵਿੱਚ ਬਿਲਕੁਲ ਸ਼ਾਮਿਲ ਨਹੀਂ ਸੀ, ਪਰ ਬਿਲਕੁਲ ਨਹੀਂ ਹੈ। ਪਰ ਇਹਨੂੰ ਪ੍ਰੋਜੈਕਟ ਤਾਂ ਇਸ ਢੰਗ ਨਾਲ ਕੀਤਾ ਗਿਆ। ਹਾਂ, ਇਹਨੂੰ ਪ੍ਰੋਜੈਕਟ ਇਸ ਢੰਗ ਨਾਲ ਜਾਣਬੁੱਝ ਕੇ ਪ੍ਰੋਜੈਕਟ ਕੀਤਾ ਗਿਆ ਇਸ ਢੰਗ ਨਾਲ, ਇੱਥੋਂ ਤੱਕ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਵੀ ਕਦੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ। ਉਹਨਾਂ ਨੇ ਵੀ ਹਮੇਸ਼ਾ ਇਹੀ ਕਿਹਾ ਸੀ ਕਿ ਸਾਡੀ ਮੰਗ ਹੈ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ, ਕਿ ਜੇ ਅਕਾਲੀ ਦਲ ਨਾਲ ਉਹਨਾਂ ਦਾ ਡਿਫਰੈਂਸਿਸ ਹੈ ਤਾਂ ਜੇ ਅਕਾਲੀ ਦਲ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਤੋਂ ਘੱਟ ਕੋਈ ਮੰਗ ਲੈ ਕੇ ਆਉਂਦੀ, ਸਾਨੂੰ ਮਨਜ਼ੂਰ ਨਹੀਂ ਹੋਏਗੀ। ਔਰ ਉਹ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਮੰਗ ਨੂੰ ਪੂਰੀ ਕਰਨ। ਔਰ ਖਾਲਿਸਤਾਨ ਬਾਰੇ ਉਹ ਕਹਿੰਦੇ ਸੀ ਕਿ ਅਸੀਂ ਨਹੀਂ ਮੰਗਦੇ, ਪਰ ਜੋ ਦੇਣਗੇ ਤਾਂ ਅਸੀਂ ਲੈ ਲਾਂਗੇ। ਅੱਛਾ। ਔਰ ਉਸ ਤੋਂ ਵੀ ਇੰਪੋਰਟੈਂਟ ਇਹ ਸੀ ਕਿ ਜੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਫਿਰ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਔਰ ਇਹਨੂੰ ਵੀ ਧਿਆਨ ਨਾਲ ਸਮਝਣ ਦੀ ਲੋੜ ਹੈ। ਇਹਨੂੰ ਐਜ਼ ਏ ਟੈਕਟਿਕਸ ਵੀ ਯੂਜ਼ ਕਹਿ ਸਕਦੇ ਹੈ ਕਿ ਉਹਨਾਂ ਨੂੰ ਸੀਗਾ ਕਿ ਜੇ ਐਡੀ ਵੱਡੀ ਮੰਗ ਰੱਖ ਦਿਆਂਗੇ ਤਾਂ ਸਰਕਾਰ ਡਰੇਗੀ ਕਿ ਦਰਬਾਰ ਸਾਹਿਬ ਤੇ ਹਮਲਾ ਨਾ ਕੀਤਾ ਜਾਵੇ। ਸੋ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀਆਂ ਸਾਰੀਆਂ ਲਿਖਤਾਂ ਪੜ੍ਹੀਆਂ, ਉਹ ਇਕੱਠੀਆਂ ਹੋਈਆਂ ਹੋਈਆਂ ਨੇ। ਕਿਤੇ ਵੀ ਨਹੀਂ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਦੀ ਮੰਗ ਹੈ ਜਿਹੜੀ ਇਸ ਪੱਖੋਂ ਕੀਤੀ ਜਾਵੇ। ਪਰ ਇਹ ਗੱਲ ਕੈਟੇਗੋਰੀਕਲੀ ਕੀ ਸੀ ਉਹਨਾਂ ਨੇ ਕਿ ਜੇ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਤਾਂ ਉਸ ਦਿਨ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਉਹਨੂੰ ਵੀ ਹੁਣ ਅਸੀਂ ਇਸ ਢੰਗ ਨਾਲ ਸਮਝ ਸਕਦੇ ਹਾਂ ਕਿ ਇਟ ਵਾਜ਼ ਲਾਈਕ ਏ ਬਾਰਗੇਨਿੰਗ ਪੁਆਇੰਟ, ਕਿ ਜੇ ਤੁਸੀਂ ਇੰਨੀ ਥ੍ਰੈਟ ਦੇ ਰਹੇ ਹੋ ਤਾਂ ਜਿਹੜਾ ਆਪੋਨੈਂਟ ਪਾਰਟੀ ਹੈ ਉਹਨੂੰ ਕਹੇਗੀ ਕਿ ਬੜੀ ਵੱਡੀ ਰਿਸਕੀ ਚੀਜ਼ ਹੈ। ਤਾਂ ਮਿਸਿਸ ਗਾਂਧੀ ਨੇ ਉਸ ਵਕਤ ਕਿਉਂ ਇਹ ਫੈਸਲਾ ਲਿਆ? ਕਿਉਂਕਿ ਉਹਨੂੰ ਇਹ ਲੱਗਦਾ ਸੀ ਕਿ ਜੇ ਮੈਂ ਅਕਾਲੀ ਦਲ ਨਾਲ ਸੈਟਲਮੈਂਟ ਕਰਦੀ ਹਾਂ ਤਾਂ ਇਹ ਅਵੋਇਡ ਹੋ ਸਕਦਾ ਹੈ, ਪਰ ਜੇ ਅਕਾਲੀ ਦਲ ਨਾਲ ਮੈਂ ਸੈਟਲਮੈਂਟ ਕਰ ਲਈ ਤਾਂ ਬੀਜੇਪੀ ਇਹ ਪ੍ਰਚਾਰ ਕਰੇਗੀ ਕਿ ਸਿੱਖਾਂ ਅੱਗੇ ਝੁਕ ਗਈ। ਔਰ ਜਿਹੜੀਆਂ ਹਿੰਦੂ ਭਾਵਨਾਵਾਂ ਨੇ ਮਰਜ ਹੋ ਰਹੀਆਂ ਸੀ ਉਸ ਵਕਤ, ਜਿਹਦੇ ਚ ਮੀਡੀਆ ਨੇ ਬਹੁਤ ਰੋਲ ਪਲੇ ਕੀਤਾ, ਨਿਊਜ਼ ਨੂੰ ਤੋੜ ਫਰੋੜ ਕੇ ਮਸ਼ਹੂਰ। ਮੈਂ ਇੱਕ ਬਹੁਤ ਵੱਡਾ ਪੇਪਰ ਲਿਖਿਆ ਆਲ ਇੰਡੀਆ ਰੇਡੀਓ ਐਂਡ AIR ਐਂਡ ਦੂਰਦਰਸ਼ਨ ਕਵਰੇਜ ਆਫ ਪੰਜਾਬ ਆਫਟਰ ਦੀ ਆਰਮੀ ਐਕਸ਼ਨ, ਬਿਲਕੁਲ ਉਹਨਾਂ ਦਿਨਾਂ ਦੇ ਵਿੱਚ ਹੀ ਲਿਖਿਆ ਸੀ ਮੈਂ। ਉਹ ਇੰਡੀਆ ਦਾ ਇੱਕ ਬਹੁਤ ਮਸ਼ਹੂਰ ਜਰਨਲ ਹੈ, ਇਕਨੋਮਿਕਲ ਪੋਲੀਟੀਕਲ ਵੀਕਲੀ, ਉਹਦੇ ਚ ਛਪਿਆ ਸੀ। ਤੇ ਉਹ ਵੀ ਬੜਾ ਰਿਸਕ ਵਾਲਾ ਕੰਮ ਸੀ ਉਹ ਆਰਟੀਕਲ ਛਪਣਾ। ਤੇ ਉਸ ਤੋਂ ਪਹਿਲਾਂ ਉਹ ਮੈਂ ਮੀਡੀਆ ਨੂੰ ਸਾਰਾ ਐਨਾਲਾਈਜ਼ ਕੀਤਾ ਕਿ ਮੀਡੀਆ ਡੇ ਟੂ ਡੇ ਖਬਰਾਂ ਕਿਵੇਂ ਤੋੜ ਮਰੋੜ ਕੇ ਪੇਸ਼ ਕਰ ਰਿਹਾ ਸੀ, ਕਿਉਂਕਿ ਉਸ ਵਕਤ ਆਲ ਇੰਡੀਆ ਰੇਡੀਓ ਹੈ ਜਿਹੜਾ ਇੱਕੋ ਰੇਡੀਓ ਸਟੇਸ਼ਨ ਸੀ, ਉਹ ਸਰਕਾਰ ਦੇ ਕੰਟਰੋਲ ਥੱਲੇ ਸੀ। ਔਰ ਦੂਰਦਰਸ਼ਨ ਇੱਕੋ TV ਸਟੇਸ਼ਨ ਸੀ, ਉਹ ਸਰਕਾਰ ਦੇ ਥੱਲੇ ਸੀ। ਹਰ ਨਿਊਜ਼ ਹੈ ਜਿਹੜੀ ਉਹ ਸਰਕਾਰੀ ਤੌਰ ਤੇ ਮਾਪੀ ਜਾਂਦੀ ਸੀ। ਔਰ ਮਿਸਿਸ ਗਾਂਧੀ ਨੇ ਇਹ ਕੈਲਕੂਲੇਟ ਕਰ ਲਿਆ ਕਿ ਇੱਕ ਪਾਸੇ ਉਹਨੂੰ ਫਿਜ਼ੀਕਲ ਡੈਥ ਦਾ ਖਤਰਾ ਹੈ, ਦੂਜੇ ਪਾਸੇ ਪੋਲੀਟੀਕਲ ਡੈਥ ਦਾ ਖਤਰਾ ਹੈ। ਠੀਕ, ਕਿ ਜੇ ਉਹਨੇ ਸੈਟਲਮੈਂਟ ਕਰ ਲਈ ਆਪਰੇਸ਼ਨ ਬਲੂ ਸਟਾਰ ਦਾ ਨਾਮ ਆ ਗਿਆ ਕਿ ਆਰਮੀ ਨਾ ਭੇਜੀ ਜਾਵੇ ਉੱਥੇ। ਆਰਮੀ ਨਾ ਭੇਜਣ ਦਾ ਇਹੀ ਤਰੀਕਾ ਸੀ ਕਿ ਅਕਾਲੀ ਦਲ ਨਾਲ ਸੈਟਲਮੈਂਟ ਕੀਤੀ ਜਾਵੇ। ਅਕਾਲੀ ਦਲ ਬਹੁਤ ਵੱਡਾ ਲੱਖਾਂ ਦੀ ਗਿਣਤੀ ਜਲੂਸ ਕੱਢੇਗਾ ਕਿ ਸਾਡੀ ਜਿੱਤ ਪ੍ਰਾਪਤੀ ਹੋਗੀ, ਤਾਂ ਜਿਹੜੇ ਉਸ ਦੇ ਖਿਲਾਫ ਹੋਣਗੇ ਉਹ ਆਈਸੋਲੇਟ ਹੋ ਜਾਣਗੇ। ਤੇ ਕੁਦਰਤੀ ਗੱਲ ਹੈ ਕਿ ਉਹ ਸਿਚੁਏਸ਼ਨ ਰਹੇਗੀ ਨਹੀਂ ਆਰਮੀ ਦੀ ਇੰਟਰਵੈਂਸ਼ਨ ਦੀ। ਤਾਂ ਦੂਜੇ ਉਹਨੂੰ ਇਹ ਸੀਗਾ ਕਿ she has a choice between having a risk of political death or having a risk of political death। ਤਾਂ ਉਹਨੇ ਇਹ ਚੂਜ਼ ਕੀਤਾ। ਹੁਣ ਅਸੀਂ ਕਹਿ ਸਕਦੇ ਹਾਂ ਕਿ ਤੀਜਾ ਰਿਸਕ ਵੀ ਲੈ ਸਕਦੀ ਸੀ ਉਹ, ਕਿ ਅਕਾਲੀ ਦਲ ਨਾਲ ਸੈਟਲਮੈਂਟ ਕਰਦੀ ਤਾਂ ਇਹ ਦੇਖਦੀ ਕਿ ਉਹਨੂੰ ਪ੍ਰਚਾਰ ਕਰਦੀ ਕਿ ਦੇਖੋ ਮੈਂ ਕਿੱਡੀ ਵੱਡੀ ਜਿੱਤ ਪ੍ਰਾਪਤ ਕਰ ਲਈ, ਕਿ ਪੰਜਾਬ ਦੇ ਵਿੱਚ ਸ਼ਾਂਤੀ ਸੀਗੀ ਪਰ ਅਸੀਂ ਸਮਝੌਤਾ ਕਰਕੇ, ਅੰਡਰਸਟੈਂਡਿੰਗ ਕਰਕੇ ਅਸੀਂ ਹਾਲਾਤ ਨੂੰ ਵਿਗੜਨ ਤੋਂ ਬਚਾ ਲਿਆ, ਦੇਸ਼ ਦੀ ਏਕਤਾ ਨੂੰ ਬਚਾ ਲਿਆ। ਆਲ ਇੰਡੀਆ ਰੇਡੀਓ ਉਹਨਾਂ ਕੋਲ ਸੀ, ਦੂਰਦਰਸ਼ਨ ਉਹਨਾਂ ਕੋਲ ਸੀ, ਪਰ ਉਹਨਾਂ ਦੀ ਜਿਹੜੀ ਕੈਲਕੂਲੇਸ਼ਨ ਸੀਗੀ ਉਹਦੀ ਆਪਣੀ ਪਰਸਨਲ ਕੈਲਕੂਲੇਸ਼ਨ ਹੋਊਗੀ ਜਾਂ ਉਹਦੇ ਐਡਵਾਈਜ਼ਰ ਦੀ ਕੈਲਕੂਲੇਸ਼ਨ ਹੋਊਗੀ। ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਵਰਕਆਊਟ ਨਹੀਂ ਕਰੇਗਾ। ਸੋ ਇਹ ਬੇਸ਼ੱਕ ਇਹਨੂੰ ਟਾਲਿਆ ਜਾ ਸਕਦਾ ਸੀ। ਦੂਸਰੇ ਸ਼ਬਦਾਂ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਮਿਸਕੈਲਕੂਲੇਸ਼ਨ ਸੀ ਜਾਂ ਨਹੀਂ ਸੀ, ਕਿਉਂਕਿ ਤੁਸੀਂ ਜੋ ਦੱਸ ਹਟੇ ਹੋ ਕਿ ਉਹਨਾਂ ਦਾ ਇੱਕ ਬਿਆਨ ਸੀ ਜਾਂ ਉਹਨਾਂ ਨੇ ਆਪਣੀ ਇਹ ਗੱਲ ਕਿਤੇ ਸ਼ੇਅਰ ਕੀਤੀ ਸੀ ਕਿ ਉਹਨਾਂ ਦੀ ਡੈਥ ਹੋ ਸਕਦੀ ਹੈ। ਡਾਕਟਰ ਪ੍ਰੀਤਮ ਸਿੰਘ ਜੀ, ਜਿਹੜੇ ਸਾਡੇ ਸੁਣਨ ਵਾਲੇ ਆ ਬਹੁਤ ਸਧਾਰਨ ਸ਼ਬਦਾਂ ਨੂੰ ਕਈ ਵਾਰ ਉਹ ਉਲਝਾ ਲੈਂਦੇ ਆ, ਅਤੇ ਕਈ ਵਾਰੀ ਇਹ ਵੀ ਹੁੰਦਾ ਕਿ ਕੋਈ ਇਹੋ ਜਿਹੀ ਟਰਮ ਆ ਜਿਹੜੀ ਉਹਨਾਂ ਦੀ ਸਮਝ ਵਿੱਚ ਨਹੀਂ ਆਉਂਦੀ, ਉਹਦੀ ਹੋਰ ਜ਼ਿਆਦਾ ਡਿਟੇਲ ਚਾਹੁੰਦੇ ਹੁੰਦੇ ਆ। ਥੋੜ੍ਹਾ ਜਿਹਾ ਜੇ ਪੋਲੀਟੀਕਲ ਡੈਥ ਅਤੇ ਉਹਨਾਂ ਦੀ ਆਪਣੀ ਡੈਥ, ਇਸ ਚੀਜ਼ ਦੇ ਵਿੱਚ ਤੁਸੀਂ ਉਹਨਾਂ ਨੂੰ ਫਰਕ ਕਰਕੇ ਸਮਝਾ ਸਕੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਉਹ ਤਾਂ ਕਹਿਣ ਤਾਂ ਮੇਰਾ ਭਾਵ ਇਹ ਸੀਗਾ ਕਿ ਉਹਨੂੰ ਲੱਗਦਾ ਸੀ ਕਿ ਜੇ ਉਹਨੇ ਆਪਰੇਸ਼ਨ ਬਲੂ ਸਟਾਰ ਆਰਡਰ ਕੀਤਾ, ਜਿਹੜਾ ਕਿ ਉਹਨੇ ਕੀਤਾ, ਉਹਨੇ ਫੈਸਲਾ ਜੋ ਅਰਜਨ ਸਿੰਘ ਗੁਪਤਾ ਨੂੰ ਜੋ ਆ ਕੇ ਬਾਹਰ ਜਾ ਗੱਲ ਦੱਸੀ ਉਹੀ ਦੱਸੀ ਸੀ
that I've signed my death warrant ਕਿ ਮੈਂ ਆਪਣੀ ਮੌਤ ਦਾ ਵਾਰੰਟ ਜਾਰੀ ਕਰ ਆਈ ਹੈ। ਬਿਲਕੁਲ। ਤੇ ਉਹਨਾਂ ਨੇ ਪੁੱਛਿਆ ਕਿਉਂ? ਉਹ ਕਹਿੰਦੀ ਕਿ ਮੈਂ ਆਰਮੀ ਐਕਸ਼ਨ ਆਰਡਰ ਕਰਤਾ ਔਰ ਮੈਨੂੰ ਇਹ ਪਤਾ ਹੈ ਕਿ ਇਹਦੇ ਵਿੱਚ ਇਹ ਪੋਸੀਬਿਲਿਟੀ ਹੋ ਸਕਦੀ ਆ। ਠੀਕ। ਹੋਰ ਵੀ ਐਵੀਡੈਂਸ ਹੈਗੇ ਨੇ ਜਿਹੜੇ ਇਸ ਗੱਲ ਨੂੰ ਕੋਲੈਬੋਰੇਟ ਕਰਦੇ ਨੇ। ਤਾਂ ਉਹ ਹੈ ਫਿਜ਼ੀਕਲ ਡੈਥ ਕਿ ਮੈਨੂੰ ਫਿਜ਼ੀਕਲ ਡੈਥ ਦਾ ਖਤਰਾ ਹੈ ਕਿ ਜਾਨੀ ਤੌਰ ਤੇ ਮੇਰੀ ਜਾਨ ਚਲੀ ਜਾਊਗੀ। ਦੂਜੇ ਪਾਸੇ ਇਹ ਸੀਗਾ ਕਿ ਜੇ ਮੈਂ ਨਾ ਕੀਤਾ ਤੇ ਇਹਨੂੰ ਅਵਾਰਡ ਕੀਤਾ। ਅਵਾਰਡ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਪੋਲੀਟੀਕਲ ਸੈਟਲਮੈਂਟ ਕਰ ਲਏ ਅਕਾਲੀ ਦਲ ਦੀਆਂ ਡਿਮਾਂਡ ਦੇ ਨਾਲ। ਤੇ ਉਹ ਆਪਣੀ ਹਾਰ ਨਹੀਂ ਸੀ ਮੰਨਣਾ ਚਾਹੁੰਦੇ ਉਸ ਮਾਮਲੇ ਤੇ। ਉਹਨੂੰ ਇਹ ਸੀਗਾ ਕਿ ਜੇ ਮੈਂ ਹਾਰ ਮੰਨ ਲਈ ਤਾਂ ਬੀਜੇਪੀ ਹੈ ਜਿਹੜੀ ਜਨਸੰਘ ਹੈ ਬੀਜੇਪੀ ਉਸ ਵਕਤ ਸੀਗੀ, ਉਹ ਇਹ ਪ੍ਰਚਾਰ ਕਰੇਗੀ ਕਿ ਸਿੱਖਾਂ ਅੱਗੇ ਗੋਡੇ ਟੇਕੇਗੀ ਔਰ ਜਿਹੜੀਆਂ ਹਿੰਦੂ ਭਾਵਨਾਵਾਂ ਡਿਵੈਲਪ ਹੋ ਚੁੱਕੀਆਂ ਸੀ ਉਸ ਵਕਤ ਉਹਨਾਂ ਦਾ ਫਾਇਦਾ ਬੀਜੇਪੀ ਨੂੰ ਜਾਏਗਾ ਔਰ ਉਹ ਇਲੈਕਸ਼ਨ ਜਿੱਤ ਜਾਏਗੀ ਔਰ ਮੇਰੀ ਪੋਲੀਟੀਕਲ ਡੈਥ ਹੋ ਜਾਏਗੀ, ਮੇਰੀ ਰਾਜਸੀ ਮੌਤ ਹੋ ਜਾਏਗੀ। ਤਾਂ ਦੋਨਾਂ ਚੀਜ਼ਾਂ ਦੇ ਵਿੱਚ ਚੂਜ਼ ਕਰਨਾ ਸੀ ਉਹਨੇ। ਇੱਕ ਤਾਂ ਆਪਣੀ ਜਿਹੜੀ ਸਰੀਰਕ ਮੌਤ ਹੈ ਤੇ ਦੂਜੀ ਹੈ ਜਿਹੜੀ ਰਾਜਸੀ ਮੌਤ ਤਾਂ ਉਹਨੇ ਪੋਲੀਟੀਕਲ ਲੀਡਰ ਲੈਂਦੇ ਆ ਰਿਸਕ। ਇਹ ਕੋਈ ਨਵੀਂ ਗੱਲ ਨਹੀਂ, ਹੋਰਨਾਂ ਥਾਵਾਂ ਤੇ ਵੀ ਰਿਸਕ ਲੈਂਦੇ ਆ। ਇਹ ਕੋਈ ਡੈਮੋਕ੍ਰੇਸੀ ਤੇ ਗੱਲ ਨਹੀਂ। ਜਦੋਂ ਰਾਜੇ ਮਹਾਰਾਜੇ ਲੜਦੇ ਸੀਗੇ ਕਈ ਵਾਰ ਰਾਜਾ ਫੌਜ ਦੇ ਅੱਗੇ ਲੜਦਾ ਸੀ, ਉਹਨੂੰ ਪਤਾ ਹੁੰਦਾ ਸੀ ਵੀ ਉਹ ਵੀ ਮਾਰਿਆ ਜਾ ਸਕਦਾ। ਲੀਡ ਕਰ ਰਿਹਾ ਜਨਰਲ ਹੁਣ ਰਣਜੀਤ ਸਿੰਘ ਐਡਾ ਵੱਡਾ ਰਾਜਾ ਸੀ, ਉਹ ਲੜਾਈਆਂ ਆਪ ਲੜਦਾ ਸੀ, ਅੱਗੇ ਲੜ ਕੇ ਲੜਦਾ ਸੀ, ਪਤਾ ਸੀ ਮਾਰੇ ਜਾ ਸਕਦੇ ਆ। ਪਰ ਦੂਜੇ ਪਾਸੇ ਇਹ ਹੁੰਦਾ ਕਿ ਜੇ ਜਿੱਤ ਪ੍ਰਾਪਤ ਕਰ ਗਏ ਤਾਂ ਅਸੀਂ ਰਾਜੇ ਹਾਂ, ਨਾ ਕੀਤੇ ਤਾਂ ਮਾਰੇ ਵੀ ਜਾ ਸਕਦੇ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਡੈਮੋਕ੍ਰੇਸੀ ਦੇ ਵਿੱਚ ਵੀ ਇਹ ਡਿਸੀਜਨ ਹੁੰਦੇ ਆ। ਸੋ ਮਿਸਿਸ ਗਾਂਧੀ ਨੇ ਇਹ ਡਿਸੀਜਨ ਲਿਆ ਕਿ she will face the risk of ਔਰ ਰਿਸਕ ਹੀ ਹੈ। ਰਿਸਕ ਦਾ ਮਤਲਬ ਇਹ ਹੈ ਕਿ ਜ਼ਰੂਰੀ ਨਹੀਂ ਹੈ ਕਿ ਹੋਏਗਾ। ਉਹਨੂੰ ਇਹ ਵੀ ਲੱਗਦਾ ਕਿ ਉਹਦੇ ਕੋਲ ਸਿਕਿਉਰਿਟੀ ਹੈ, ਸਭ ਕੁਛ ਹੈ ਐਂਡ ਬੇਸ਼ੱਕ ਉਹਨੂੰ ਪਲਾਟ ਕਰਨਗੇ ਪਰ she can also save herself। ਜਿਹੜੇ ਰਿਸਕ ਹੁੰਦੇ ਆ, ਰਿਸਕ ਦਾ ਮਤਲਬ ਇਹ ਹੁੰਦਾ ਕਿ ਡੈਫੀਨਿਟਲੀ ਹੋਏਗਾ, ਰਿਸਕ ਦਾ ਮਤਲਬ ਹੁੰਦਾ ਕਿ ਪੋਸੀਬਿਲਿਟੀ ਹੋ ਸਕਦੀ ਹੈ। ਡਾਕਟਰ ਪ੍ਰੀਤਮ ਸਿੰਘ ਜੀ, ਮੈਂ ਤੁਹਾਡੀ ਇਹ ਗੱਲ ਮੰਨਦੀ ਹਾਂ। ਇੱਥੋਂ ਪ੍ਰਭਾਵ ਇਹੀ ਜਾ ਰਿਹਾ ਕਿ ਉਸ ਵੇਲੇ ਸਰਕਾਰ ਨੇ ਪੋਲੀਟੀਕਲ ਪੋਲਰਾਈਜੇਸ਼ਨ ਕਰਨ ਦੀ ਆਪਣੀ ਕੋਸ਼ਿਸ਼ ਕੀਤੀ, ਪਰ ਇੱਕ ਸਵਾਲ ਹਮੇਸ਼ਾ ਪੈਦਾ ਹੁੰਦਾ। ਹੁਣ ਤੱਕ ਆਪਾਂ ਇਹ ਚੀਜ਼ ਦੇਖਦੇ ਆਏ ਹਾਂ, ਖਾਲਿਸਤਾਨ ਦਾ ਮੁੱਦਾ ਜਿਹੜਾ ਉਹ ਉਭਾਰਿਆ ਜਾਂਦਾ। ਜਿਹੜੇ ਆਮ ਲੋਕ ਨੇ ਉਹ ਸਟੇਟ ਦਾ ਰੋਲ ਸਮਝਣ ਦੇ ਵਿੱਚ ਅਸਮਰੱਥ ਕਿਉਂ ਰਹਿੰਦੇ ਆ? ਸਾਡੀ ਸਮਝ ਵਿੱਚ ਇਹ ਚੀਜ਼ ਕਿਉਂ ਨਹੀਂ ਪੈਂਦੀ ਕਿ ਸਟੇਟ ਕਿੱਦਾਂ ਚੱਲਦੀ ਆ? ਆਮ ਲੋਕਾਂ ਨੂੰ ਜਿਹੜੀ ਸਟੇਟ ਦੀ ਫੰਕਸ਼ਨਿੰਗ ਬਾਰੇ ਇੰਨੀ ਡਿਟੇਲ ਨੌਲੇਜ ਨਹੀਂ ਵੀ ਹੁੰਦੀ। ਪਰ ਦੂਜੀ ਗੱਲ ਇਹ ਹੈ ਕਿ ਖਾਲਿਸਤਾਨ ਦਾ ਮੁੱਦਾ ਹੈ ਜਿਹੜਾ ਉਹਨੂੰ ਇਸ ਪੱਖੋਂ ਸਮਝਣ ਦੀ ਲੋੜ ਹੈ ਕਿਉਂਕਿ ਅਸੀਂ ਇਹਨੂੰ ਤੀਜਾ ਘੱਲੂਘਾਰਾ ਕਹਿੰਦੇ ਹਾਂ ਸਿੱਖ ਇਤਿਹਾਸ ਦੇ ਵਿੱਚ। ਔਰ ਘੱਲੂਘਾਰੇ ਤੋਂ ਬਦਲਾ ਕੇ ਬਹੁਤ ਵੱਡੇ ਲੈਵਲ ਤੇ ਹੋਲੋਕਾਸਟ ਜਿਹਦੇ ਚ ਜਾਨਾਂ ਜਾਈਆਂ। ਪਰ ਜਾਨਾਂ ਜਿਹੜੀਆਂ ਪਹਿਲਾ ਘੱਲੂਘਾਰਾ ਹੋਇਆ ਸੀ 1746 ਦੇ ਵਿੱਚ, ਦੂਜਾ ਘੱਲੂਘਾਰਾ ਹੋਇਆ 1762 ਦੇ ਵਿੱਚ ਤੇ ਤੀਜਾ ਇਹਨੂੰ ਗਿਣਿਆ ਜਾਂਦਾ 1984। ਇਹਦੇ ਨਾਲੋਂ ਵੀ ਵੱਡੀਆਂ ਜਾਨਾਂ ਪਾਰਟੀਸ਼ਨ ਚ ਹੋਈਆਂ ਸੀ ਜੋ 1947 ਦੇ ਵਿੱਚ। ਜਿਹੜੀਆਂ ਲੋਕਾਂ ਦੀਆਂ ਮੌਤਾਂ ਹੋਈਆਂ, ਔਰਤਾਂ ਦੀ ਇੱਜ਼ਤ ਲੁੱਟੀ ਗਈ, ਲੋਕਾਂ ਦੇ ਘਰ ਬਾਰ ਲੁੱਟੇ ਗਏ, ਪ੍ਰਾਪਰਟੀਜ਼ ਖਤਮ ਹੋਈਆਂ। ਪਰ ਉਹਨੂੰ ਅਸੀਂ ਘੱਲੂਘਾਰਾ ਨਹੀਂ ਕਹਿੰਦੇ। ਉਹਨੂੰ ਇਸ ਕਰਕੇ ਘੱਲੂਘਾਰਾ ਨਹੀਂ ਕਹਿੰਦੇ ਕਿਉਂਕਿ ਉਹਦੇ ਵਿੱਚ ਸਟੇਟ ਨੇ ਐਕਸ਼ਨ ਨਹੀਂ ਲਿਆ ਸੀ, ਉਹ ਲੋਕੀ ਆਪਸ ਚ ਲੜੇ ਸੀ ਤੇ ਜੇ ਉਹਨਾਂ ਨੂੰ ਲੱਗਦਾ ਕਿ ਅਸੀਂ ਮੁਸਲਮਾਨਾਂ ਨੂੰ ਮਾਰਿਆ, ਮੁਸਲਮਾਨਾਂ ਨੇ ਸਾਨੂੰ ਮਾਰਿਆ, ਜੇ ਅਸੀਂ ਉਹਨਾਂ ਦੀ ਪ੍ਰਾਪਰਟੀ ਲੁੱਟੀ, ਉਹਨਾਂ ਨੇ ਸਾਡੀ ਪ੍ਰਾਪਰਟੀ ਲੁੱਟੀ, ਤਾਂ ਉਹ ਸਟੇਟ ਦੇ ਜਿਹੜਾ ਪਹਿਲਾ ਘੱਲੂਘਾਰਾ ਤੇ ਦੂਜਾ ਘੱਲੂਘਾਰਾ ਉਹਨਾਂ ਦੋਨਾਂ ਚ ਸਟੇਟ ਨੇ ਐਕਸ਼ਨ ਲਿਆ ਸੀ। ਸਟੇਟ ਨੇ ਉਹਨਾਂ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਔਰ ਇੱਕ ਤਾਂ ਇਹ ਫਰਕ ਹੈ। ਦੂਜਾ ਵੱਡਾ ਫਰਕ ਇਹ ਹੈ ਕਿ ਉਹ ਪਹਿਲਾ ਘੱਲੂਘਾਰਾ ਤੇ ਦੂਜਾ ਘੱਲੂਘਾਰਾ ਮੁਗਲ ਸਮਰਾਜ ਦੇ ਪੀਰੀਅਡ ਚ ਹੋਏ ਸੀ। ਇਹ ਜਿਹੜਾ ਘੱਲੂਘਾਰਾ ਹੈ ਇੱਕ ਜਿਹੜੀ ਕਿ ਆਪਣੇ ਆਪ ਨੂੰ ਸੈਕੂਲਰ ਸਰਕਾਰ ਕਹਿੰਦੀ ਹੈ ਪਰ ਜਿਹਦੇ ਚ ਹਿੰਦੂ ਮੈਜੋਰਿਟੀ ਹੈ, ਉਹਨਾਂ ਵੱਲੋਂ ਲਿਆ ਜਾ ਰਿਹਾ ਕਿ ਜਿੱਥੇ ਰਾਜ ਭਾਗ ਦਾ ਕਬਜ਼ਾ ਹਿੰਦੂਆਂ ਕੋਲੇ ਹੈ, ਅਪਰ ਕਾਸਟ ਹਿੰਦੂਆਂ ਕੋਲੇ ਹੈ, ਉਹਨਾਂ ਦੇ ਰਾਜ ਦੇ ਵਿੱਚ ਉਹਦੇ ਨਾਲ ਜਿਹੜਾ ਸਿੱਖ ਹਿੰਦੂ ਫਕਰੇਵਾਂ ਪਿਆ ਉਹ ਪਹਿਲੀ ਵਾਰ ਏਡੇ ਵੱਡੇ ਲੈਵਲ ਤੇ ਪਿਆ। ਸਿੱਖ ਹਿੰਦੂ ਡਿਫਰੈਂਸਿਸ ਤਾਂ ਹੁੰਦੇ ਹੀ ਆ, ਮਤਲਬ 19ਵੀਂ ਸਦੀ ਦੇ ਵਿੱਚ ਵੀ ਸੀਗੇ ਜਦੋਂ ਕਿਤਾਬ ਛਪੀ ਸੀ ਕਿ ਹਮ ਹਿੰਦੂ ਨਹੀਂ, ਉਹ ਕਹਿੰਦੇ ਸੀਗੇ ਸਿੱਖ ਹਿੰਦੂ ਹੈ ਤੇ ਉਹ ਡਿਫਰੈਂਸ ਸੀ ਪਰ ਉਹ ਮਾਈਨਰ ਸੀ ਡਿਫਰੈਂਸਿਸ, ਜਿਵੇਂ ਪੰਜਾਬੀ ਲੈਂਗੁਏਜ ਨੂੰ ਡਿਸਓਨ ਕਰਨਾ, ਪੰਜਾਬੀ ਸੂਬੇ ਦੀ ਡਿਮਾਂਡ ਕਰਨਾ, ਪਰ ਉਹ ਇੱਥੋਂ ਤੱਕ ਨਹੀਂ ਪਹੁੰਚੇ ਸੀ। ਇੱਥੋਂ ਤੱਕ ਇਹਦਾ ਇਹ ਹੋਇਆ ਕਿ ਇਹ ਤਾਂ ਸਾਡਾ ਸਟੇਟ ਹੈ ਹੀ ਨਹੀਂ। ਜਿਸ ਤਰ੍ਹਾਂ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੱਸਦਾ ਕਿ ਮੇਰੇ ਮਾਮਾ ਜੀ
ਉਹ 15 ਸਾਲ ਜੋਏ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ, ਔਰ ਉਹਨਾਂ ਨੇ ਬੜੇ ਖੁਸ਼ ਮਿਜ਼ਾਜ ਬੰਦੇ ਸੀ, ਔਰ ਉਹਨਾਂ ਨੇ ਉਦੋਂ ਬਾਅਦ ਹੱਸਣਾ ਬੰਦ ਕਰਤਾ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ। 15 ਸਾਲ ਉਹ ਹੱਸੇ ਨਹੀਂ ਔਰ ਗੁਜ਼ਰ ਗਏ ਉਹ। ਔਰ ਉਹ ਇੱਕ ਬਾਰ ਕਹਿੰਦੇ ਸੀ, ਕਹਿੰਦੇ ਯਾਰ ਇਹ ਕੀ ਹੋਇਆ ਕਿ ਆਪਦੇ ਮੁਲਕ ਦੀ ਸਰਕਾਰ ਹੈ, ਆਪਦੇ ਮੁਲਕ ਦੀ ਫੌਜ ਹੈ, ਦਰਬਾਰ ਸਾਹਿਬ ਤੇ ਹਮਲਾ ਕਰ ਦੇਵੇ। ਇਹ ਜਿਹੜੀ ਪੀੜ ਹੈ ਨਾ, ਜਿਹੜੀ ਇਹ ਆਮ ਸਿੱਖ ਹੈ ਜਿਹੜਾ ਉਹਨੂੰ ਗਿਆਨ ਬਹੁਤ ਵੱਡਾ ਨਾ ਵੀ ਹੋਵੇ, ਇਹ ਗੱਲ ਸਮਝ ਸਕਦਾ ਕਿ ਜਿਹੜੀ ਦੇਸ਼ ਦੀ ਫੌਜ ਹੁੰਦੀ ਹੈ ਉਹ ਦੂਸਰੇ ਫੌਜ ਨਾਲ ਟੱਕਰਾ ਲੈਣ ਲਈ ਹੁੰਦੀ ਹੈ। ਲੋਕਾਂ ਨਾਲ ਦੇਸ਼ ਦੀ ਫੌਜ ਤੁਹਾਨੂੰ ਲੋਕਾਂ ਨੂੰ ਬਚਾਉਣ ਲਈ ਹੁੰਦੀ ਹੈ। ਦੇਸ਼ ਦੀ ਫੌਜ ਹੀ ਤੁਹਾਡੇ ਤੇ ਚੜਾਈ ਕਰ ਗਈ, ਔਰ ਉਹਦੇ ਨਾਲ ਜਿਹੜੀ ਡਿਸਟਰਕਸ਼ਨ ਹੋਈ ਹੈ, ਇਹਦੇ ਨਾਲ ਜਿਹੜਾ ਇਹ ਇੱਕ ਨਵਾਂ ਹਿਸਟੋਰੀਕਲ ਜਿਹੜਾ ਵੈਜ ਕ੍ਰੀਏਟ ਹੋਇਆ, ਉਹਨੇ ਦਿਸ ਇਜ਼ ਦ ਬੇਸਿਸ ਫॉर द ਡਿਮਾਂਡ ਫॉर द ਖਾਲਿਸਤਾਨ। ਇਹ ਵੱਖਰੀ ਗੱਲ ਹੈ ਕਿ ਡਿਮਾਂਡ ਠੀਕ ਹੈ ਜਾਂ ਨਹੀਂ ਹੈ, ਉਹਦੇ ਚ ਕੀ ਤਰੁੱਟੀਆਂ, ਕੀ ਉਹਦੇ ਚ ਜਸਟੀਫਿਕੇਸ਼ਨ ਹੈ ਜਾਂ ਨਹੀਂ, ਦੈਟਸ ਅ ਡਿਫਰੈਂਟ ਇਸ਼ੂ। ਪਰ ਮੈਂ ਕਹਿੰਦਾ ਕਿ ਉਹਦੀ ਗਰਾਊਂਡ ਰਿਐਲਿਟੀ ਹੈ ਜਿਹੜੀ, ਉਹ ਇੱਥੋਂ ਪੈਦਾ ਹੋਈ ਹੈ ਕਿ ਜਿਹੜੇ ਕਿ ਬਾਕੀ ਧਰਮਾਂ ਨਾਲੋਂ ਹਿੰਦੂ ਧਰਮ ਦੇ ਨੇੜੇ ਸਮਝਿਆ ਜਾਂਦਾ ਸੀ, ਕਿਉਂਕਿ ਹਿੰਦੂ ਵੀ ਆਪਣੇ ਆਪ ਨੂੰ ਸਮਝਦੇ ਸੀ ਕਿ ਸਿੱਖ ਹੈ ਜਿਹੜੇ ਯੋਧੇ ਹੈ, ਇਹ ਹਿੰਦੂ ਧਰਮ ਨੂੰ ਬਚਾਇਆ, ਗੁਰੂ ਅਰਜਨ ਦੀ ਸ਼ਹੀਦੀ ਹੈ, ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ। ਉਸੇ ਉਹਨਾਂ ਕੋਲੇ ਪਹਿਲੀ ਵਾਰ ਜਦੋਂ ਤਾਕਤ ਆਈ ਹੈ, ਉਦੋਂ ਪਹਿਲਾਂ ਹਿੰਦੂਆਂ ਕੋਲੇ ਤਾਕਤ ਨਹੀਂ ਸੀਗੀ। ਜਦੋਂ ਦਾ ਸਿੱਖ ਧਰਮ ਦੀ ਬੁਨਿਆਦ ਹੋਈ 1469 ਤੋਂ, ਨਾ ਕੋਈ ਜਿਹੜਾ ਦਿੱਲੀ ਤੇ ਹਿੰਦੂ ਰਾਜ ਨਹੀਂ ਕਰਦੇ ਸੀ ਕਦੇ ਵੀ, ਉਦੋਂ ਪਹਿਲਾਂ ਕਰਦੇ ਸੀ, ਪਰ 1469 ਤੋਂ ਬਾਅਦ ਇਹ ਪਹਿਲੀ ਵਾਰ ਸੀਗਾ ਕਿ ਜਿੱਥੇ ਹਿੰਦੂ ਮੈਜੋਰਿਟੀ ਸਰਕਾਰ ਹੈ, ਭਾਵੇਂ ਆਪਣੇ ਆਪ ਨੂੰ ਸੈਕੂਲਰ ਕਹਿੰਦੀ ਹੈ, ਪਰ ਉਹ ਹਿੰਦੂ ਮੈਜੋਰਿਟੀ, ਉਹਨਾਂ ਦੇ ਰਾਜ ਦਰਬਾਰ ਦੇ ਥੱਲੇ ਦਰਬਾਰ ਸਾਹਿਬ ਤੇ ਅਟੈਕ ਹੋਇਆ। ਸੋ ਇਹਨੇ ਇੱਕ ਨਵੀਂ ਹਿਸਟੋਰੀਕਲ ਸਿਚੁਏਸ਼ਨ ਕ੍ਰੀਏਟ ਕਰ ਦਿੱਤੀ। ਪਰ ਆਮ ਲੋਕਾਂ ਦੀ ਸਮਝ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ, ਹੈ ਨਾ। ਆਮ ਲੋਕ ਬਹੁਤੀ ਵਾਰੀ ਸੈਂਟੀਮੈਂਟਲ ਹੋ ਕੇ ਹੀ ਚੱਲਦੇ ਆ। ਅਸੀਂ ਸੈਂਟੀਮੈਂਟਸ ਵੀ ਸਾਡੇ ਕਈ ਵਾਰ ਲੌਜਿਕ ਦੇ ਅੱਗੇ ਆ ਜਾਂਦੇ ਆ, ਜਾਂ ਸਾਡੀ ਜਿਹੜੀ ਸਮਝ ਆ ਉੱਥੇ ਆ ਕੇ ਰੁਕ ਜਾਂਦੀ ਆ। ਡਾਕਟਰ ਪ੍ਰੀਤਮ ਸਿੰਘ ਜੀ, ਮੈਂ ਕੁਝ ਗੱਲਾਂ ਤੁਹਾਡੇ ਨਾਲ ਹੋਰ ਕਰਨੀਆਂ। ਇੱਕ ਕਮਰਸ਼ੀਅਲ ਬ੍ਰੇਕ ਤੇ ਖਬਰਾਂ ਦੇ ਲਈ ਮੈਨੂੰ ਰੁਕਣਾ ਪੈਣਾ, ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਜਾਰੀ ਰੱਖਦੇ ਹਾਂ। The Navjot Tillo Show, only on AM 600, Sher-e Punjab. ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸ਼ਾਮਿਲ ਹੋ ਦ ਨਵਜੋਤ ਢਿੱਲੋਂ ਸ਼ੋਅ ਦੇ ਵਿੱਚ। ਮੇਰੇ ਨਾਲ ਇਸ ਵੇਲੇ UK ਤੋਂ ਡਾਕਟਰ ਪ੍ਰੀਤਮ ਸਿੰਘ ਟੈਲੀਫੋਨ ਲਾਈਨ 'ਤੇ ਮੌਜੂਦ ਨੇ। ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਆਪਰੇਸ਼ਨ ਬਲੂ ਸਟਾਰ ਬਾਰੇ। ਡਾਕਟਰ ਪ੍ਰੀਤਮ ਸਿੰਘ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਕਿਤਾਬ ਦਾ ਟਾਈਟਲ ਹੈ ਇਕੋਨਮੀ, ਕਲਚਰ ਐਂਡ ਹਿਊਮਨ ਰਾਈਟਸ, ਟਰਬੂਲੈਂਸ ਇਨ ਪੰਜਾਬ, ਇੰਡੀਆ ਐਂਡ ਬਿਯੋਂਡ। ਇਹ ਕਿਤਾਬਾਂ ਨੇ, ਇਸ ਤੋਂ ਇਲਾਵਾ ਕਈ ਹੋਰ ਕਿਤਾਬਾਂ ਨੇ, ਪਰ ਮੈਂ ਅੱਜ ਡਾਕਟਰ ਪ੍ਰੀਤਮ ਸਿੰਘ ਹੁਣਾਂ ਕੋਲ ਇੱਕ ਹੋਰ ਗੱਲ ਸਮਝਣ ਦੀ ਕੋਸ਼ਿਸ਼ ਕਰਦੀ ਹਾਂ, ਜਿਹਦੇ ਵਿੱਚ ਤੁਹਾਡੇ ਸਾਰਿਆਂ ਦੀ ਦਿਲਚਸਪੀ ਹੋਏਗੀ। ਡਾਕਟਰ ਪ੍ਰੀਤਮ ਸਿੰਘ ਜੀ, ਇੱਕ ਮੈਂ ਹੋਰ ਗੱਲ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੰਨ ਲਈਏ ਕਿ ਇਤਿਹਾਸ ਦੇ ਵਿੱਚ ਇਹ ਘਟਨਾ ਨਹੀਂ ਵਾਪਰੀ ਹੁੰਦੀ, 40 ਸਾਲ ਪਹਿਲਾਂ ਇਹ ਸਭ ਕੁਝ ਨਾ ਹੋਇਆ ਹੁੰਦਾ। ਜਦੋਂ ਅਸੀਂ ਪ੍ਰਭਾਵਾਂ ਦੀ ਗੱਲ ਕਰਦੇ ਹਾਂ, ਹਰ ਤਰ੍ਹਾਂ ਦੇ ਪ੍ਰਭਾਵ ਆ, ਚਾਹੇ ਮਨੋਵਿਗਿਆਨਿਕ ਪੱਧਰ 'ਤੇ ਅਸੀਂ ਦੇਖਦੇ ਹਾਂ, ਇਕਨੋਮਿਕ ਪੱਧਰ 'ਤੇ ਦੇਖਦੇ ਹਾਂ, ਜਾਂ ਕਿਸੇ ਵੀ ਆਪਾਂ ਐਂਗਲ ਤੋਂ ਦੇਖ ਲਈਏ, ਪ੍ਰਭਾਵ ਰਾਜਨੀਤਿਕ ਵੀ ਹੋ ਸਕਦੇ ਆ। ਪਰ ਜੇ ਇਹ ਸਭ ਕੁਝ ਨਾ ਹੋਇਆ ਹੁੰਦਾ, ਅੱਜ ਕੀ ਪੰਜਾਬ ਦੀ ਜਿਹੜੀ ਤਸਵੀਰ ਹੈ ਉਹ ਵੱਖਰੀ ਹੁੰਦੀ? ਬਿਲਕੁਲ ਵੱਖਰੀ ਹੋਣੀ ਸੀ, ਕਿਉਂਕਿ ਜੇ ਇਹ ਨਾ ਹੋਇਆ ਹੁੰਦਾ ਤਾਂ ਪਹਿਲੀ ਗੱਲ ਤਾਂ ਇਹ ਕਿਸ ਹਾਲਤਾਂ ਦੇ ਵਿੱਚ ਨਾ ਹੁੰਦਾ। ਇਹ ਸਿਰਫ ਇਸੇ ਹਾਲਤ ਦੇ ਵਿੱਚ ਹੋ ਸਕਦਾ ਸੀ ਕਿ ਪੋਲੀਟੀਕਲ ਸੈਟਲਮੈਂਟ ਹੁੰਦੀ, ਜਿਨ੍ਹਾਂ ਇਸ਼ੂਜ਼ ਤੇ ਧਰਮ ਯੁੱਧ ਮੋਰਚਾ ਰੱਖਿਆ ਜਾਂਦਾ ਸੀ। ਜੇ ਉਹ ਪੋਲੀਟੀਕਲ ਸੈਟਲਮੈਂਟ ਹੁੰਦੀ ਤਾਂ ਅਕਾਲੀ ਦਲ ਨੇ ਤਾਕਤ ਆ ਜਾਣਾ ਸੀ। ਅਕਾਲੀ ਦਲ ਨੇ ਤਾਂ ਆਮ ਸਿੱਖਾਂ ਨੂੰ ਲੱਗਣਾ ਸੀ ਕਿ ਉਹਨਾਂ ਦਾ ਸੈਲਫ ਐਡਮਿਨਿਸਟ੍ਰੇਸ਼ਨ ਹੈ, ਕਿ ਧਰਮ ਯੁੱਧ ਮੋਰਚਾ ਲੱਗਾ, ਉਹਨੇ ਮੰਗਾਂ ਮਨਵਾ ਲਈਆਂ, ਤੇ ਜਿਹੜਾ ਇੰਡੀਆ ਦੀ ਜਿਹੜੀ ਗਵਰਨੈਂਸ ਹੈ ਉਹਦੇ ਵਿੱਚ ਫਲੈਕਸੀਬਿਲਿਟੀ ਇਹ ਨਹੀਂ ਹੈਗੀ ਹੈ ਕਿ ਰੀਜਨਲ ਮੰਗਾਂ ਨੂੰ ਵੀ ਮੰਨਿਆ ਜਾ ਸਕਦਾ ਹੈ। ਜਿਹੜਾ ਜੇ ਨਾ ਹੋਇਆ ਹੁੰਦਾ, ਕੁਦਰਤੀ ਗੱਲ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਯੂਥ ਨਹੀਂ ਮਾਰਿਆ ਜਾਣਾ ਸੀ। ਜਿਹੜਾ ਅਸੀਂ ਬਹੁਤ ਘੱਟ ਲੋਕੀ ਸਮਝਦੇ ਹੈ ਕਿ ਪੰਜਾਬ ਦਾ ਯੂਥ ਹੈ ਇੰਨੀ ਵੱਡੀ ਗਿਣਤੀ 'ਚ ਮਾਰਿਆ ਗਿਆ, ਉਹਦਾ ਪੰਜਾਬ ਨੂੰ ਆਰਥਿਕ, ਰਾਜਨੀਤਿਕ ਤੇ ਮਨੋਵਿਗਿਆਨਕ ਬਹੁਤ ਵੱਡਾ ਨੁਕਸਾਨ ਹੈ। ਕਿਉਂਕਿ ਆਰਥਿਕ ਤੌਰ ਤੇ ਇਸ ਕਰਕੇ ਕਿ ਜਿਹੜਾ ਜਵਾਨ ਹੁੰਦਾ ਬੰਦਾ,
ਜਾਂ ਜਵਾਨ ਕੁੜੀ, ਦੇ ਆਰ ਇਨ ਦਾ ਮੋਸਟ ਪ੍ਰੋਡਕਟਿਵ ਏਜ, ਜਿਨ੍ਹਾਂ ਨੇ ਮਿਹਨਤ ਕਰਨੀ ਹੁੰਦੀ ਹੈ, ਕਮਾਈ ਕਰਨੀ ਹੁੰਦੀ ਹੈ। ਜੇ ਬਜ਼ੁਰਗ ਮਰ ਜਾਣ ਜਾਂ ਬੱਚੇ ਮਰ ਜਾਣ ਤਾਂ ਖੁਦਾਈ ਤਾਂ ਉਹ ਵੀ ਨੇ, ਪਰ ਉਹਨਾਂ ਦੀ ਜਿਹੜੀ ਉਹਨਾਂ ਦੀ ਇਕੋਨਮੀ ਤੇ ਉਹਨਾਂ ਅਸਰ ਨਹੀਂ ਹੁੰਦਾ ਗਾ। ਹੋ ਸਕਦਾ ਬੱਚਿਆਂ ਦੀ ਮੌਤ ਦਾ ਮਨੋਵਿਗਿਆਨਕ ਹੋਰ ਵੀ ਦੁੱਖ ਜ਼ਿਆਦਾ ਹੋਵੇ, ਪਰ ਆਰਥਿਕ ਤੌਰ ਤੇ ਉਹਦਾ ਇੰਨਾ ਨੁਕਸਾਨ ਨਹੀਂ ਹੁੰਦਾ। ਹਾਲਾਂਕਿ ਬਹੁਤ ਵੱਡੀ ਗਿਣਤੀ 'ਚ ਹੋਵੇ ਤਾਂ ਉਹਦਾ ਪਾਪੂਲੇਸ਼ਨ ਤੇ ਅਸਰ ਹੋ ਸਕਦਾ ਹੈ, ਪਰ ਇਹ ਜਿਹੜਾ ਯੂਥ ਮਾਰਿਆ ਗਿਆ ਤੇ ਉਹਦਾ ਪ੍ਰੋਡਕਟਿਵ ਵੇ ਦੇ ਵਿੱਚ ਉਹਦਾ ਪੰਜਾਬ ਦੀ ਇਕੋਨਮੀ ਨੂੰ ਬਹੁਤ ਨੁਕਸਾਨ ਹੋਇਆ। ਜੇ ਨਾ ਹੋਇਆ ਹੁੰਦਾ ਤਾਂ ਉਸ ਯੂਥ ਨੇ ਪ੍ਰੋਡਕਟਿਵਲੀ ਕੰਸਟਰਕਟਿਵ ਵਾਲੇ ਪਾਸੇ ਕੰਮ ਕਰਨਾ ਸੀ, ਉਹ ਜਿਹੜਾ ਯੂਥ ਆ ਸਾਰੇ ਦਾ ਸਾਰਾ ਡਿਸਟਰੈਕਟ ਹੋ ਗਿਆ। ਔਰ ਮੈਂ ਸਮਝਦਾ ਹਾਂ ਕਿ ਇਹਦੀ ਇਹੀ ਇੱਕ ਟ੍ਰੈਜਡੀ ਹੈ ਕਿ ਇੱਕ ਸਾਰੀ ਜਨਰੇਸ਼ਨ ਹੈ ਜਿਹੜੀ ਯੂਥ ਦੀ, ਜਿਨ੍ਹਾਂ ਨੇ ਹੋਰ ਪ੍ਰੋਡਕਟਿਵ ਕੰਮ ਕਰਨੇ ਸੀ, ਇੰਜੀਨੀਅਰ ਬਣਨਾ ਸੀ, ਡਾਕਟਰ ਬਣਨਾ ਸੀ, ਟੈਕਨੀਸ਼ੀਅਨ ਬਣਨਾ ਸੀ, ਉਹਨਾਂ 'ਚ ਬਹੁਤ ਵੱਡਾ ਹਿੱਸਾ ਇੱਧਰ ਨੂੰ ਚਲਾ ਗਿਆ। ਔਰ ਠੀਕ ਹੈ, ਉਹ ਆਪਣੇ ਆਪ ਨੂੰ ਸ਼ਾਇਦ ਉਹ ਜਸਟੀਫਾਈ ਕਰਦੇ ਹੋਣਗੇ ਕਿ ਹਰ ਇਤਿਹਾਸ ਦੇ ਵਿੱਚ ਹਰ ਮੌਕੇ ਤੇ ਲੋਕਾਂ ਨੂੰ ਉਹ ਕੰਮ ਕਰਨਾ ਪੈਂਦਾ ਜਿਹੜਾ ਇਤਿਹਾਸ ਮੰਗਦਾ ਹੈ। ਭਗਤ ਸਿੰਘ ਹੈ ਜਿਹੜਾ ਉਹ ਵੀ ਡਾਕਟਰ ਬਣ ਸਕਦਾ ਸੀ, ਇੰਜੀਨੀਅਰ ਬਣ ਸਕਦਾ ਸੀ, ਪਰ ਉਹਨੇ ਹਥਿਆਰ ਚੱਕ ਕੇ, ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਇਸ ਵਕਤ ਹੋਰ ਚੀਜ਼ਾਂ ਨਾਲੋਂ ਇਹ ਕੰਮ ਕਰਨਾ ਜ਼ਿਆਦਾ ਜ਼ਰੂਰੀ ਹੈ। ਸੋ ਤੁਹਾਡੇ ਵਾਸਤੇ ਇਤਿਹਾਸ ਡਿਟਰਮਨ ਕਰ ਦਿੰਦਾ ਕਿ ਤੁਸੀਂ ਕਿਹੜਾ ਰੋਲ ਤੁਸੀਂ ਪਲੇ ਕਰਨਾ। ਸੋ ਜਿਹੜੇ ਬਚ ਜਾਂਦੇ ਆ ਉਹਨਾਂ ਦੇ ਅਸਰ ਵੀ ਹੁੰਦਾ ਕਿ ਮੈਂ ਆਪਣੇ ਬਾਰੇ ਸੋਚਦਾ ਸ਼ਾਇਦ ਮੈਂ ਪੰਜਾਬ ਦੇ ਮਸਲਿਆਂ 'ਚ ਇੰਨੀ ਦਿਲਚਸਪੀ ਨਾ ਲੈਂਦਾ, ਕਿਉਂਕਿ ਮੇਰੀ ਮਾਰਕਸਵਾਦੀ ਸੋਚ ਸੀਗੀ ਔਰ ਮੈਂ ਸੰਸਾਰਕ ਤੌਰ ਤੇ ਸੋਚਦਾ ਸੀ, ਲਿਖਦਾ ਵੀ ਸੀ। ਔਰ ਇਹਨੇ ਮੈਨੂੰ ਖਿੱਚਿਆ ਕਿ ਤੁਸੀਂ ਇਤਿਹਾਸਿਕ ਗੱਲਾਂ ਵੱਡੀਆਂ ਕਰਦੇ ਰਹੋ, ਦੁਨੀਆ ਨੂੰ ਤਬਦੀਲ ਕਰਦੀਆਂ, ਜਿੱਥੇ ਤੁਸੀਂ ਰਹਿ ਰਹੇ ਹੋ ਉਹਨਾਂ ਨੂੰ ਸਮਝਣ ਦੀ ਲੋੜ ਹੈ। ਇਸ ਕਰਕੇ ਮੈਂ ਫਿਰ ਇਸੇ ਚੀਜ਼ ਨੂੰ ਇਨਵੈਸਟੀਗੇਟ ਕੀਤਾ ਔਰ ਮੇਰਾ ਡਾਕਟਰੇਟ ਜਿਹੜਾ ਥੀਸਿਸ ਹੈ ਆਕਸਫੋਰਡ ਯੂਨੀਵਰਸਿਟੀ 'ਚ ਉਹ ਵੀ ਇਸੇ ਨਾਲ ਆਧਾਰ ਸੀਗਾ ਕਿ ਸੈਂਟਰ ਸਟੇਟ ਰਿਲੇਸ਼ਨ ਦਾ ਪੰਜਾਬ ਦੀ ਇਕੋਨਮੀ ਤੇ ਕੀ ਅਸਰ ਹੈ। ਸੋ ਮਤਲਬ ਮੈਂ ਸੰਖੇਪ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਇਹ ਦਿੰਦਾ ਕਿ ਜੇ ਨਾ ਹੋਇਆ ਹੁੰਦਾ ਤਾਂ ਪੰਜਾਬ ਦੀ ਆਰਥਿਕ ਤੇ ਰਾਜਨੀਤਿਕ ਤੇ ਸਮਾਜਿਕ ਤੇ ਮਨੋਵਿਗਿਆਨਕ ਸਥਿਤੀ ਹੋਰ ਹੋਣੀ ਸੀ। ਇਹ ਜਿਹੜੀ ਦੁੱਖ ਵਾਲੀ ਤੇ ਰੰਜਿਸ਼ ਵਾਲੀ ਤੇ ਦੁਸ਼ਮਣੀ ਵਾਲੀ ਤੇ ਝਗੜੇ ਵਾਲੀ ਇਹ ਨਹੀਂ ਹੋਣੀ ਸੀ। ਇਹ ਲੱਗਣਾ ਸੀਗਾ ਕਿ ਇਹਦਾ ਮਤਲਬ ਇਹ ਨਹੀਂ ਕੋਈ ਡਿਫਰੈਂਸਿਸ ਖਤਮ ਨਹੀਂ ਹੋ ਸਕਦੇ ਸੀ, ਡਿਫਰੈਂਸ ਤਾਂ ਹੁੰਦੇ ਹੀ ਹੈ, ਪਰ ਡਿਫਰੈਂਸ ਦੀ ਇੰਟੈਂਸਿਟੀ ਕਿੰਨੀ ਹੈ ਇਹ ਬੜਾ ਫਰਕ ਪੈਂਦਾ। ਇਹਨੂੰ ਡਿਫਰੈਂਸ ਤਾਂ ਹੁਣ ਤੁਹਾਡੇ ਇੱਕ ਪੋਲੀਟੀਕਲ ਪਾਰਟੀ ਦੂਜੀ ਪੋਲੀਟੀਕਲ ਪਾਰਟੀ ਨਾਲ ਵੀ ਹੈ, ਪਰ ਉੱਥੇ ਲੜਾਈ ਝਗੜਾ ਥੋੜ੍ਹੇ ਆ, ਉਹ ਕਿਰਪਾਨਾਂ ਥੋੜ੍ਹੇ ਚੱਲਦੀਆਂ, ਗੋਲੀਆਂ ਥੋੜ੍ਹੇ ਚੱਲਦੀਆਂ ਸੋ ਪਰ ਇਹ ਹੈ ਕਿ ਇਹ ਨਹੀਂ ਹੋਣਾ ਸੀਗਾ ਜੇ ਇਹ ਨਾ ਹੋਇਆ ਹੁੰਦਾ। ਪਰ ਇਹ ਕੁਐਸਚਨ ਰੇਜ਼ ਕਰਨਾ ਜ਼ਰੂਰੀ ਹੈ ਕਿ ਇਹਨੇ ਕਿਉਂਕਿ ਇੱਥੋਂ ਸਾਨੂੰ ਵੀ ਪਤਾ ਲੱਗਦਾ ਕਿ ਨੁਕਸਾਨ ਕੀ ਹੋਇਆ, ਕਿਉਂਕਿ ਇਹਦੇ ਆਉਣ ਨਾਲ ਕਿ ਪੰਜਾਬ ਦੀ ਇਕੋਨਮੀ ਦਾ ਜਿਹੜਾ ਔਰ ਦੂਜਾ ਵੱਡਾ ਨੁਕਸਾਨ ਇਹ ਹੋਇਆ ਹੈ ਕਿਉਂਕਿ ਇੰਦਰਾ ਗਾਂਧੀ ਨੇ ਜਿਹੜਾ ਹਿੰਦੂ ਸੈਂਟੀਮੈਂਟ ਨੂੰ ਅਪੀਲ ਕਰਨ ਲਈ ਇਹ ਫੈਸਲਾ ਲਿਆ ਸੀ ਕਿ ਮੈਂ ਹਿੰਦੂ ਸੈਂਟੀਮੈਂਟ ਨੂੰ ਉਭਾਰ ਕੇ ਜਿੱਤ ਪ੍ਰਾਪਤ ਕਰੂੰਗੀ ਇਲੈਕਸ਼ਨਾਂ ਦੇ ਵਿੱਚ। ਉਹ ਤਾਂ ਖਤਮ ਹੋ ਗਈ, ਪਰ ਹਿੰਦੂ ਸੈਂਟੀਮੈਂਟ ਇੰਨਾ ਅਨਲੀਸ਼ ਹੋ ਗਿਆ ਕਿ ਕੁਛ ਸਾਲਾਂ ਦੇ ਵਿੱਚ ਹੀ ਉਹਨਾਂ ਨੇ ਕਾਂਗਰਸ ਨੂੰ ਅੱਗੇ ਬੀਜੇਪੀ ਤਾਕਤ 'ਚ ਆ ਗਈ। ਜਿਹੜਾ ਹਿੰਦੂ ਨੈਸ਼ਨਲਿਜ਼ਮ ਉਹ ਯੂਜ਼ ਕਰ ਰਹੀ ਸੀ, ਹਿੰਦੂ ਨੈਸ਼ਨਲਿਜ਼ਮ ਨੇ ਉਹਨੂੰ ਯੂਜ਼ ਕਰ ਲਿਆ, ਉਹਨੂੰ ਖਤਮ ਕਰਤਾ ਜਾਂ ਉਹਦੀ ਪਾਰਟੀ ਨੂੰ ਖਤਮ ਕਰਤਾ। ਇਹੀ ਨੁਕਸਾਨ ਹੁੰਦਾ ਜਦੋਂ ਇਹੋ ਜਿਹਾ ਵੱਡਾ ਕੋਈ ਫੈਸਲਾ ਗਲਤ ਲਿਆ ਜਾਂਦਾ ਕਿ ਉਦੋਂ ਬਾਅਦ ਜਿਹੜੀ ਇਸ ਵੇਲੇ ਵੀ ਹਿੰਦੂ ਰਾਸ਼ਟਰਵਾਦ ਦੀ ਗੱਲ ਚੱਲ ਰਹੀ ਆ, ਤੁਹਾਨੂੰ ਲੱਗਦਾ ਕਿ ਇਹ ਜਿਹੜਾ ਪਸਾਰਾ ਹੋ ਰਿਹਾ ਜਾਂ ਇਹਦਾ ਜ਼ਿਕਰ ਹੋ ਰਿਹਾ ਆ ਕਿਤੇ ਨਾ ਕਿਤੇ ਉਹ ਜਿਹੜਾ ਇਤਿਹਾਸ ਆ ਉਹਦੀ ਵੀ ਕੰਟਰੀਬਿਊਸ਼ਨ ਇਹਦੇ ਵਿੱਚ ਹੈਗੀ ਆ? ਬਿਲਕੁਲ ਉਹਦੀ ਕੰਟਰੀਬਿਊਸ਼ਨ ਹੈ, ਕਿਉਂਕਿ ਮਿਸਿਸ ਗਾਂਧੀ ਜੇ ਡੈਲੀਬਰੇਟ ਡਿਸੀਜ਼ਨ ਲੈ ਸਕਦੀ ਸੀ। ਹਾਲਾਂਕਿ ਮਿਸਿਸ ਗਾਂਧੀ ਦੀ ਸੋਚ ਦੇ ਵਿੱਚ 1981 ਤੋਂ ਬਾਅਦ ਚੇਂਜ ਆ ਚੁੱਕੀ ਸੀਗੀ। ਉਦੋਂ ਪਹਿਲਾਂ ਮਿਸਿਸ ਗਾਂਧੀ ਦੀ ਇਲੈਕਸ਼ਨ ਸਟ੍ਰੈਟਜੀ ਜਿਹੜੀ ਹੁੰਦੀ ਸੀ ਸ਼ਡਿਊਲਡ ਕਾਸਟ ਦੇ ਥਰੂ, ਸਾਊਥ ਇੰਡੀਆ ਦੇ ਥਰੂ ਤਾਕਤ 'ਚ ਆਉਣਾ। ਉਹਨੂੰ ਹੌਲੀ ਹੌਲੀ ਲੱਗਣ ਲੱਗ ਗਿਆ ਕਿ ਮੈਨੂੰ ਹਿੰਦੂਆਂ ਤੋਂ ਵੋਟ ਲੈਣ ਦੀ ਇਜਾਜ਼ਤ ਹੈ, ਕਿਉਂਕਿ ਜਿਹੜਾ ਸ਼ਡਿਊਲਡ ਕਾਸਟ ਦੇ ਵਿੱਚ BSP ਤੇ ਹੋਰ ਪੋਲੀਟੀਕਲ ਪਾਰਟੀ ਤੋਂ ਆਉਣ ਲੱਗ ਗਈਆਂ ਸੀ, ਉਹਨਾਂ 'ਚ ਕਾਂਗਰਸ ਦੀ ਸਪੋਰਟ ਨਾ ਰਹੀ ਤੇ ਜਿਹੜੀਆਂ ਬੈਕਵਰਡ ਕਾਸਟ ਸੀਗੀਆਂ ਉਹ ਸਮਾਜਵਾਦੀ ਪਾਰਟੀ ਤੇ ਇਹਨਾਂ ਨਾਲ ਜੁੜ ਗਈਆਂ। ਤਾਂ ਜਿਹੜਾ ਕਾਂਗਰਸ ਦਾ ਪੁਰਾਣਾ ਇਲੈਕਟੋਰਲ ਬੇਸ ਨਹੀਂ ਰਿਹਾ ਸੀ, ਉਹਨੂੰ ਨਵਾਂ ਇਲੈਕਟੋਰਲ ਬੇਸ ਕ੍ਰੀਏਟ ਕਰ ਰਿਹਾ ਸੀ। ਇਸ ਕਰਕੇ ਮਿਸਿਸ ਗਾਂਧੀ ਜਿਹੜੀ 1981 ਤੋਂ ਪਹਿਲਾਂ ਦੀ ਹੈ
ਜਾਂ ਲੇਟ 1970 ਤੋਂ ਪਹਿਲਾਂ ਦੀ ਹੈ ਤੇ ਬਾਅਦ ਦੀ, ਦੋ ਕਿਸਮ ਦੀ ਹੈ। ਉਹ ਤੋਂ ਪਹਿਲਾਂ ਉਹਨੇ ਬੈਂਕ ਨੈਸ਼ਨਲਾਈਜੇਸ਼ਨ ਕੀਤੀ, ਪ੍ਰੀਵੀ ਪਰਸਨਸ ਖਤਮ ਕੀਤੇ, ਪ੍ਰੋਗਰੈਸਿਵ ਮੈਜਰਸ ਲਈਆਂ, ਐਂਟੀ ਪਾਵਰਟੀ ਭਾਵੇਂ ਜੇ ਨਹੀਂ ਕੀਤਾ ਪਰ ਸਲੋਗਨ ਐਂਟੀ ਪਾਵਰਟੀ ਦਾ, ਪਰ ਉਦੋਂ ਬਾਅਦ ਉਹਨੇ ਸ਼ਿਫਟ ਕਰ ਲਿਆ ਕਿ ਮੈਂ ਤਾਂ ਹਿੰਦੂ ਸੈਂਟੀਮੈਂਟ ਨੂੰ ਉਭਾਰ ਕੇ ਉਹਨੂੰ ਫਾਇਦਾ ਲੈਣਾ ਹੈ। ਔਰ ਜਿਹੜਾ ਸਾਰਾ ਪੀਰੀਅਡ ਸੀ ਪੰਜਾਬ ਦੇ ਸਟਰਗਲ ਦਾ, ਪੰਜਾਬ 'ਚ ਪੋਲਰਾਈਜੇਸ਼ਨ ਦਾ, ਉਹਨੇ ਉਹ ਹਿੰਦੂ ਸੈਂਟੀਮੈਂਟ ਨੂੰ ਹੋਰ ਉਭਾਰਨ ਦੀ ਕੋਸ਼ਿਸ਼ ਕੀਤੀ ਔਰ ਇਹ ਸੀਗਾ ਕਿ ਮੈਂ ਇਹਦੇ 'ਚੋਂ ਫਾਇਦਾ ਕੱਟੂੰਗੀ। ਅਲਟੀਮੇਟਲੀ ਉਸ ਡਿਸੀਜਨ ਦੇ ਵਿੱਚੋਂ ਆਪਰੇਸ਼ਨ ਬਲੂ ਸਟਾਰ ਪੈਦਾ ਹੋਇਆ, ਉਸੇ ਵਿੱਚੋਂ ਉਹਦੀ ਮੌਤ ਹੋਈ, ਉਸੇ ਵਿੱਚੋਂ 1984 ਦਾ ਜੈਨੋਸਾਈਡ ਹੋਇਆ ਦਿੱਲੀ ਦੇ ਵਿੱਚ, ਔਰ ਉਹਦਾ ਹੀ ਖਦਸ਼ਾ ਹੈ ਕਿ ਬੀਜੇਪੀ ਤਾਕਤ 'ਚ ਆ ਗਈ। ਔਰ ਜਿਹੜਾ ਤੁਸੀਂ ਇਹ ਕਹਿੰਦੇ ਆ ਕਿ ਇਹਦਾ ਰਿਜ਼ਲਟ ਕੀ ਹੋਇਆ, ਕਿ ਇਹ ਬਿਲਕੁਲ ਠੀਕ ਹੈ ਕਿ ਉਹ ਹਿੰਦੂ ਨੈਸ਼ਨਲਿਜ਼ਮ ਦੇ ਅਨਲੀਸ਼ ਹੋਣ ਨਾਲ ਇਹ ਹੈ ਕਿ ਸਿੱਖਾਂ ਦਾ ਨਾਂ ਬਦਨਾਮ ਹੋ ਗਿਆ। ਜੀ ਜੀ, ਸਿੱਖਾਂ ਨੂੰ ਟੈਰਰਿਸਟ ਐਜ਼ ਪ੍ਰੈਜ਼ੈਂਟ ਕੀਤਾ ਗਿਆ। ਪਹਿਲੇ ਸਾਰੇ ਮੁਲਕ ਦੇ ਵਿੱਚ ਸਿੱਖਾਂ ਦੀ ਬਹੁਤ ਇੱਜ਼ਤ ਸੀ, ਔਰ ਉਹਨਾਂ ਨੂੰ ਮਿਹਨਤੀ, ਔਰ ਮੈਂ JNU 'ਚ ਪੜ੍ਹਿਆ, ਦਿੱਲੀ 'ਚ ਪੜ੍ਹਿਆ, ਔਰ ਮੇਰੀਆਂ ਕੁਲੀਗਸ ਆ ਜਿਹੜੀਆਂ ਮੇਰੇ ਸਟੂਡੈਂਟ ਜਮਾਤੀ ਸੀ, ਉਹ ਦੱਸਦੇ ਹੁੰਦੇ ਸੀ ਕਿ ਸਾਡੇ ਮਾਂ ਪਿਓ ਸਾਨੂੰ ਇਹ ਕਹਿੰਦੇ ਆ ਕਿ ਜਦੋਂ ਕਿਤੇ ਟੈਕਸੀ ਲੈਣੀ ਹੋਵੇ ਤਾਂ ਸਿੱਖ ਟੈਕਸੀ ਡਰਾਈਵਰ ਦੀ ਟੈਕਸੀ ਲਓ, ਔਰ ਜੇ ਤੁਸੀਂ ਕਿਸੇ ਜਗ੍ਹਾ ਫਸ ਵੀ ਜਾਓ ਤਾਂ ਨੇੜੇ ਪੇੜੇ ਕੋਈ ਸਿੱਖ ਹੋਵੇ ਤਾਂ ਉਹਨੂੰ ਪੁੱਛ ਲਓ। ਉਹਨਾਂ ਤੇ ਇੰਨਾ ਟਰਸਟ ਕੀਤਾ ਜਾਂਦਾ ਸੀਗਾ ਕਿ ਇਹ ਬੰਦੇ ਸੱਚੇ ਆ, ਧੋਖਾ ਨਹੀਂ ਕਰਦੇ। ਔਰ ਉਦੋਂ ਇੰਨਾ ਪ੍ਰਚਾਰ ਹੋਇਆ ਸਿੱਖਾਂ ਦੇ ਖਿਲਾਫ। ਤੇ ਹੁਣ ਜਿਵੇਂ ਕਿਸਾਨ ਮੋਰਚੇ ਦੇ ਵਿੱਚ ਵੀ ਹੈ, ਜਦੋਂ ਹੁਣ ਸਰਕਾਰ ਨੂੰ ਲੱਗਦਾ ਕਿ ਸਿੱਖਾਂ ਦਾ ਨਾਂ ਲੈ ਕੇ, ਟੈਰਰਿਜ਼ਮ ਕਹਿ ਕੇ, ਖਾਲਿਸਤਾਨ ਦਾ ਨਾਂ ਲੈ ਕੇ ਲੋਕਾਂ ਨੂੰ ਭੜਕਾਇਆ ਜਾ ਸਕਦਾ ਹੈ, ਉਹ ਯੂਜ਼ ਕਰਦੇ ਆ ਉਹਨੂੰ। ਸੋ ਉਹ ਇੱਕ ਜਿਹੜਾ ਬਦਨਾਮ ਕਰਨ ਦੀ ਹੈਗੀ ਪ੍ਰੈਕਟਿਸ ਹੈ, ਉਹ ਇਸ ਪੀਰੀਅਡ ਦੇ ਵਿੱਚੋਂ ਪੈਦਾ ਹੋਈ ਹੈ। ਬਿਲਕੁਲ। ਪਤਾ ਡਾਕਟਰ ਪ੍ਰੀਤਮ ਸਿੰਘ, ਇਸੇ ਕਰਕੇ ਮੈਂ ਇਹ ਸਵਾਲ ਪਹਿਲਾਂ ਵੀ ਤੁਹਾਨੂੰ ਪੁੱਛਿਆ ਸੀ ਕਿ ਵੀ ਲੋਕ ਜਿਹੜੇ ਆ ਉਹ ਸਟੇਟ ਦੇ ਜਿਹੜੇ ਕਾਰੇ ਆ ਨਾ, ਇਸ ਤਰ੍ਹਾਂ ਉਹ ਨਹੀਂ ਸਮਝਦੇ, ਉਹ ਆਮ ਲੋਕਾਂ ਦੀ ਸਮਝ ਦੇ ਵਿੱਚ ਨਹੀਂ ਪੈਂਦੇ। ਬਹੁਤ ਵਾਰੀ ਅਸੀਂ ਇਮੋਸ਼ਨਸ ਤੱਕ ਹੀ ਆਪਣੇ ਆਪ ਨੂੰ ਸੀਮਿਤ ਰੱਖ ਲੈਂਦੇ ਹਾਂ ਅਤੇ ਇਮੋਸ਼ਨਸ ਦੇ ਵਿੱਚੋਂ ਹੀ ਅਸੀਂ ਐਕਟ ਕਰਦੇ ਹਾਂ। ਆਪਰੇਸ਼ਨ ਬਲੂ ਸਟਾਰ ਦੀ ਜੇ ਆਪਾਂ ਗੱਲ ਕਰਦੇ ਹਾਂ, ਹੁਣ ਇੰਨੇ ਸਾਲਾਂ ਤੋਂ ਤਕਰੀਬਨ 40 ਸਾਲ ਹੋਣ ਲੱਗੇ ਆ, ਇਹ ਗੱਲ ਲਗਾਤਾਰ ਚੱਲਦੀ ਆ ਕਿ 84 ਨਾ ਭੁੱਲੋ। ਜਿਹੜੀ ਇਹ ਕੁੜੱਤਣ ਪੈਦਾ ਹੋਈ ਆ, ਕਿਉਂਕਿ ਇਹ ਤਜਰਬੇ ਦੇ ਵਿੱਚੋਂ ਪੈਦਾ ਹੋਈ ਆ, ਇਹ ਇਮੋਸ਼ਨਸ ਦੇ ਵਿੱਚੋਂ ਪੈਦਾ ਹੋਈ ਆ। 84 ਨਾ ਭੁੱਲਣ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਇਸ ਕੁੜੱਤਣ ਨੂੰ, ਇਸ ਕੜਵਾਹਟ ਨੂੰ ਆਪਾਂ ਤੇਰਾ ਭਾਣਾ ਮਿੱਠਾ ਕਹਿ ਕੇ ਅੰਮ੍ਰਿਤ ਦੇ ਵਿੱਚ ਨਹੀਂ ਬਦਲ ਸਕਦੇ ਪ੍ਰੈਕਟੀਕਲੀ, ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ। ਇਸੇ ਕਰਕੇ ਜਿਹੜੇ ਦੂਜੇ ਪਾਸੇ ਕੁਝ ਲੋਕ ਨੇ, ਉਹ ਕਹਿੰਦੇ ਕਿ ਨਹੀਂ, ਅਗਾਂਹ ਵਧਣਾ ਚਾਹੀਦਾ, ਜੋ ਹੋ ਗਿਆ ਉਹ ਪਾਸਟ ਸੀ, ਇਤਿਹਾਸ ਸੀ। ਪਰ ਫਿਰ ਗੱਲ ਛਿੜਦੀ ਹੈ ਕਿ ਆਪਣੇ ਇਤਿਹਾਸ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ। ਮੇਰਾ ਇੱਕ ਬੜਾ ਸਪਸ਼ਟ ਜਿਹਾ ਸਿੱਧਾ ਸਵਾਲ ਹੋਊਗਾ, ਜੇ ਤੁਸੀਂ ਇਹਦਾ ਸਿੱਧਾ ਹੀ ਜਵਾਬ ਦੇ ਸਕੋ। ਨਵੀਆਂ ਪੀੜ੍ਹੀਆਂ ਨੂੰ, ਨਵੀਂ ਜਨਰੇਸ਼ਨ ਨਾਲ ਜਦੋਂ ਅਸੀਂ ਗੱਲ ਕਰਨੀ ਹੋਵੇ 84 ਬਾਰੇ ਤੇ ਇਹਨੂੰ ਨਾ ਭੁੱਲਣ ਬਾਰੇ, ਅਸੀਂ ਕੀ ਗੱਲ ਕਰੀਏ, ਅਸੀਂ ਕਿਵੇਂ ਗੱਲ ਕਰੀਏ? ਦੇਖੋ ਜੀ, ਨਾ ਭੁੱਲਣ ਬਾਰੇ ਗੱਲ ਇਹ ਹੈ ਕਿ ਇਤਿਹਾਸ ਦੇ ਵਿੱਚ ਜਿਹੜੀਆਂ ਇੰਨੀਆਂ ਵੱਡੀਆਂ ਘਟਨਾਵਾਂ ਹੁੰਦੀਆਂ, ਉਹਨਾਂ ਨੂੰ ਭੁੱਲਿਆ ਨਹੀਂ ਜਾ ਸਕਦਾ, ਕਦੇ ਵੀ ਨਹੀਂ ਭੁੱਲਿਆ ਜਾ ਸਕਦਾ। ਉਹਨੂੰ ਯਾਦ ਕਿਵੇਂ ਕਰਨਾ ਹੈ ਉਹ ਵੱਖਰੀ ਗੱਲ ਹੈ, ਪਰ ਉਹਨੂੰ ਭੁੱਲਿਆ ਨਹੀਂ ਜਾ ਸਕਦਾ। ਅਸੀਂ ਪਹਿਲੇ ਘੱਲੂਘਾਰੇ ਨੂੰ ਨਹੀਂ ਭੁੱਲੇ, 1742-46 ਚ ਹੋਇਆ ਸੀ। ਦੂਜੇ ਘੱਲੂਘਾਰੇ ਨੂੰ ਨਹੀਂ ਭੁੱਲੇ, 1762 ਚ ਹੁੰਦਾ ਸੀ। ਔਰ ਦੂਜਾ ਜਿਹੜੀ ਸਾਡੀ ਅਰਦਾਸ ਹੈ, ਸਾਡੀ ਅਰਦਾਸ ਕੀ ਹੈ? ਸਾਡੀ ਅਰਦਾਸ ਇਜ਼ ਐਕਸਰਸਾਈਜ਼ ਇਨ ਕਲੈਕਟਿਵ ਮੈਮਰੀ, ਕਿ ਇੱਕ ਸਮੂਹਿਕ ਕਿਸਮ ਦੀ ਯਾਦ ਨੂੰ ਰੱਖਣ ਦੀ ਹੈ। ਕਿ ਅਸੀਂ ਗੁਰੂ ਨਾਨਕ ਤੋਂ ਸ਼ੁਰੂ ਕਰਕੇ ਗੁਰੂਆਂ ਦਾ ਨਾਮ ਲੈਂਦੇ ਹਾਂ, ਫਿਰ 4 ਸਾਹਿਬਜ਼ਾਦਿਆਂ ਦਾ ਨਾਮ ਲੈਂਦੇ ਹਾਂ, 40 ਮੁਕਤਿਆਂ ਦਾ ਨਾਮ ਲੈਂਦੇ ਹਾਂ, 5 ਪਿਆਰਿਆਂ ਦਾ ਨਾਮ ਲੈਂਦੇ ਹਾਂ। ਉਹਨਾਂ ਨੇ ਜਿਨ੍ਹਾਂ ਨੇ ਆਪਣੀ ਖਰੜੀਆਂ ਚੀਰਿਆਂ ਨਾਲ ਚੀਤੇ ਗਏ, ਗੁਰਦੁਆਰਿਆਂ ਦੀ, ਉਹ ਸਾਰਾ ਮਸਲਾ ਯਾਦ ਕਰਨ ਦਾ ਮਸਲਾ ਹੈ। ਕਿ ਭਾਵੇਂ ਤੁਸੀਂ ਬਰਥ ਸੈਰੇਮਨੀ ਹੋਵੇ, ਭਾਵੇਂ ਡੈਥ ਸੈਰੇਮਨੀ ਹੋਵੇ, ਭਾਵੇਂ ਮੈਰਿਜ ਸੈਰੇਮਨੀ ਹੋਵੇ, ਹਰ ਘਰ ਬਣਾਇਆ ਸੈਰੇਮਨੀ ਹੋਵੇ, ਹਰ ਵਕਤ ਤੁਸੀਂ ਯਾਦ ਕਰਦੇ ਆ। ਉਹ ਸਾਡੀ ਸਮੂਹਿਕ ਯਾਦ ਦਾ ਹਿੱਸਾ ਹੈ। ਇਸੇ ਕਰਕੇ ਇੱਕ ਸਧਾਰਨ ਸਿੱਖ ਹੈ ਜਿਹੜਾ, ਉਹ ਇੱਕ ਬੜੀ ਇਤਿਹਾਸਿਕ ਚੀਜ਼ ਹੈ। ਉਹਨੂੰ ਯਾਦ ਆ ਸਾਰਾ ਕੁਛ, ਸਾਡਾ ਇਤਿਹਾਸ ਕੀ ਹੈ। ਇਹ ਕਿਸੇ ਵੀ ਧਰਮ ਦੇ ਵਿੱਚ ਨਹੀਂ ਇੰਨਾ ਜਿੰਨਾ ਸਿੱਖੀ ਦੇ ਵਿੱਚ। ਜਿਹੜੀ ਯਾਦ ਦੀ ਇੰਪੋਰਟੈਂਸ ਹੈ ਨਾ, ਜਿਹੜੀ ਕਿ ਭੁੱਲਣਾ ਨਹੀਂ, ਉਹ ਇਸ ਗੱਲੋਂ ਬਹੁਤ ਇੰਪੋਰਟੈਂਟ ਹੈ। ਦੂਜੀ ਸਿਮਰਿਆ ਜਾਂਦਾ, ਜਿਹਨੂੰ ਆਪਾਂ ਕਹਿੰਦੇ ਹਾਂ ਸਿਮਰਦੇ ਹਾਂ, ਅਸੀਂ ਕੁਝ ਗੱਲਾਂ ਨੂੰ ਸਿਮਰਦੇ ਹਾਂ। ਹਾਂ। ਔਰ ਦੂਸਰੀ ਗੱਲ ਇਹ ਹੈ, ਜਿਹੜਾ ਇਹ ਬਾਰ-ਬਾਰ ਕਿਹਾ ਜਾਂਦਾ ਕਿ ਨੈਵਰ ਫੋਰਗੇਟ ਐਂਡ ਫੋਰਗਿਵ, ਉਹ ਇਸ ਕਰਕੇ ਹੈ ਕਿਉਂਕਿ ਕੁਛ
ਕੁਝ ਰਾਜਸੀ ਲੀਡਰ ਹੈ ਹਿੰਦੁਸਤਾਨ ਦੇ ਵਿੱਚ, ਉਹਨਾਂ ਨੇ ਇਸ ਤਰ੍ਹਾਂ ਬਿਆਨ ਦੇਤੇ ਜੀ, ਜਿਵੇਂ ਵਾਜਪੇਈ ਗਿਆ ਦਰਬਾਰ ਸਾਹਿਬ ਕਿ ਸਿੱਖ ਸ਼ੁੱਡ ਫੋਰਗੇਟ ਐਂਡ ਫੋਰਗਿਵ, ਉਹਨੇ ਲੋਕਾਂ ਨੂੰ ਇੰਜਰ ਕੀਤਾ ਕਿ ਇੰਨਾ ਜ਼ੁਲਮ ਕਰਨ ਤੋਂ ਬਾਅਦ ਸਾਨੂੰ ਕਹਿੰਦੇ ਤੁਸੀਂ ਭੁੱਲ ਜਾਓ। ਕਿਵੇਂ ਭੁੱਲ ਸਕਦੇ ਆ? ਕੋਈ ਨਹੀਂ ਭੁੱਲ ਸਕਦਾ। ਨਹੀਂ, ਔਰ ਜਿਹੜੀ ਕੌਮ ਭੁੱਲ ਜਾਂਦੀ ਹੈ ਉਹ ਕੌਮ ਆਪਣੇ ਆਪ ਨੂੰ ਰੀਕਨਸਟੀਟਿਊਟ ਨਹੀਂ ਕਰ ਸਕਦੀ। ਇਹ ਵੱਖਰੀ ਗੱਲ ਹੈ ਕਿ ਉਹਨੂੰ ਯਾਦ ਰੱਖ ਕੇ ਉਹਦੇ ਚ ਸਿੱਟੇ ਕੀ ਲਿਖਣੇ, ਉਹਦੇ ਬਾਰੇ ਡਿਬੇਟ ਹੋ ਸਕਦੀ ਹੈ ਉਹਨੂੰ ਕੀ ਕਰਨਾ ਹੈ। ਕਿਉਂਕਿ ਇਹਦੇ ਬਾਰੇ ਤੁਸੀਂ ਇਹ ਕਹਿ ਸਕਦੇ ਆ ਕਿ ਇੰਨਾ ਵੱਡਾ ਦੁਖਾਂਤ ਹੋਇਆ, ਇਸ ਕਰਕੇ ਦੁਖਾਂਤ ਹੋਇਆ ਕਿ ਇੱਕ ਅਨਡੈਮੋਕ੍ਰੈਟਿਕ ਪ੍ਰਾਈਮ ਮਿਨਿਸਟਰ ਨੇ ਗਲਤ ਡਿਸੀਜਨ ਲਿਆ। ਜੇ ਉਹ ਡੈਮੋਕ੍ਰੈਟਿਕਲੀ ਲੈਂਦੀ, ਰੀਜਨਲ ਡਿਮਾਂਡਸ ਨੂੰ ਮੰਨਦੀ ਕਿ ਹਿੰਦੁਸਤਾਨ ਇੱਕ ਕੌਮ ਨਹੀਂ, ਹਿੰਦੁਸਤਾਨ ਦੇ ਵਿੱਚ ਕਈ ਕੌਮਾਂ ਰਹਿੰਦੀਆਂ ਨੇ, ਔਰ ਜਿਹੜੀਆਂ ਰੀਜਨਲ ਨੈਸ਼ਨਲਿਜ਼ਮ ਹੈ ਉਹਨੂੰ ਵੀ ਐਕਸੈਪਟ ਕਰਨਾ ਜ਼ਰੂਰੀ ਹੈ। ਤਾਂ ਇਹ ਵੀ ਸਾਨੂੰ ਅਕੋਮੋਡੇਸ਼ਨ ਦੀ ਪਾਲਿਸੀ ਲਿਆਉਣ ਦੀ ਲੋੜ ਹੈ, ਫੈਡਰਲਿਜ਼ਮ ਦੀ ਲੋੜ ਹੈ। ਉਹ ਫੈਡਰਲਿਜ਼ਮ ਨੂੰ ਵੀਕ ਕੀਤਾ ਤਾਂ ਇਹ ਹੋਇਆ। ਇਸੇ ਤਰ੍ਹਾਂ ਹੀ ਹੁਣ ਜੰਮੂ ਜਿਹੜਾ ਕਸ਼ਮੀਰ ਨੂੰ ਹੁਣ ਇਹ ਸਰਕਾਰ ਨੇ ਤੋੜ ਫੋੜ ਕਰਕੇ ਉਹਨੂੰ ਯੂਨਿਟ ਟੈਰੀਟਰੀ 'ਚ, ਉਹ ਵੀ ਫੈਡਰਲਿਜ਼ਮ ਨੂੰ ਕਮਜ਼ੋਰ ਕਰਨ ਦੀ ਲੋੜ ਹੈ। ਤਾਂ ਉੱਥੋਂ ਇਹ ਤੁਹਾਨੂੰ ਲੱਗਦਾ ਕਿ ਜੇ ਅਸੀਂ ਇਕੱਠੇ ਰਹਿਣਾ, ਸ਼ਾਂਤੀ ਰਹਿਣੀ ਹੈ, ਤਾਂ ਸਾਨੂੰ ਇਹ ਤਰੀਕਾ, ਇਸ ਤਰ੍ਹਾਂ ਦਾ ਤਰੀਕਾ ਬਣਾਉਣਾ ਪਊਗਾ ਕਿ ਜਿਹੜੀਆਂ ਰੀਜਨਲ ਡਿਮਾਂਡਸ ਉੱਠਦੀਆਂ ਨੇ ਉਹਨਾਂ ਨੂੰ ਐਕਸੈਪਟ ਕਰਨਾ ਪਊਗਾ, ਉਹਨਾਂ ਦੇ ਸੈਂਟੀਮੈਂਟਸ ਨੂੰ ਐਕਸੈਪਟ ਕਰਨਾ ਪਊਗਾ। ਜਿਹੜੀਆਂ ਘੱਟ ਗਿਣਤੀਆਂ ਹੈ, ਘੱਟ ਗਿਣਤੀਆਂ ਦੀਆਂ ਆਪਣੀਆਂ ਮੰਗਾਂ ਨੇ, ਉਹਨਾਂ ਦੀਆਂ ਐਸਪੀਰੇਸ਼ਨ ਨੇ, ਉਹਨਾਂ ਨੂੰ ਐਕਸੈਪਟ ਕਰਨਾ ਪਊਗਾ। ਇਹ ਨਹੀਂ ਹੈ ਕਿ ਡੈਮੋਕ੍ਰੇਸੀ ਦਾ ਮਤਲਬ ਇਹ ਨਹੀਂ ਹੈ ਕਿ ਮੈਜੋਰਿਟੀ ਵੋਟ ਹੈ ਜਿਹੜੀ ਉਹੀ ਮੰਨਦੀ ਜਾਵੇ। ਔਰ ਇਹਦੇ ਤੇ ਜਿਹੜਾ ਡੈਮੋਕ੍ਰੇਸੀ ਦਾ ਮਾਡਲ ਹੈ ਉਹਦੇ ਤੇ ਵੀ ਸਵਾਲ ਰੱਖਣਾ ਚਾਹੀਦਾ ਹੈ ਕਿ ਕੀ ਇੱਕ ਜਿਹੜੀ ਇੱਕ ਮੈਜੋਰਿਟੀ ਵੋਟ ਆ ਗਈ ਉਹੀ ਡੈਮੋਕ੍ਰੇਸੀ ਹੈ। ਹੁਣ ਤੁਸੀਂ ਯੂਰਪ ਦੇ ਵਿੱਚ ਦੇਖਦੇ ਹੋ, ਇੱਥੇ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਹੈ। ਜਿਹੜੀ ਇੱਕ ਪਾਰਟੀ ਨੂੰ 8% ਵੋਟ ਵੀ ਮਿਲ ਜਾਂਦੀ ਹੈ, ਉਹਨਾਂ ਨੂੰ ਵੀ ਪਾਰਲੀਮੈਂਟ ਸੀਟਾਂ ਮਿਲਦੀਆਂ ਕਿਉਂਕਿ ਉਹ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਹੈ। ਸਾਡੇ ਮੁਲਕ 'ਚ ਫਸਟ ਪਾਸ ਦਾ ਪੋਸਟ ਵੋਟ ਹੈ, ਜਿਹੜਾ 51% ਤੋਂ ਵੋਟ ਲੈ ਗਿਆ ਉਹ ਜਿੱਤ ਗਿਆ, 49 ਵਾਲਿਆਂ ਦੀ ਕੋਈ ਪੁੱਛ ਹੀ ਨਹੀਂ ਹੈਗੀ। ਸੋ ਇਹ ਸਾਰੇ ਸਵਾਲ ਉਹਦੇ ਨਾਲ ਜੁੜੇ ਹੋਏ ਨੇ। ਬਿਲਕੁਲ, ਇਹ ਸਾਰੇ ਸਵਾਲ ਜੁੜੇ ਹੋਏ ਆ। ਮੈਂ ਫਿਰ ਆਪਣਾ ਸਵਾਲ ਥੋੜ੍ਹਾ ਜਿਹਾ ਦੁਹਰਾਉਣਾ ਚਾਹੁੰਦੀ ਹਾਂ ਕਿ ਅਸੀਂ ਨਵੀਂ ਜਨਰੇਸ਼ਨ ਦੇ ਨਾਲ ਜਦੋਂ ਗੱਲ ਕਰਨੀ ਹੋਵੇ ਤਾਂ ਕਿਵੇਂ ਗੱਲ ਕਰੀਏ? ਨਵੀਂ ਜਨਰੇਸ਼ਨ ਨੂੰ ਤੁਹਾਨੂੰ ਇਹ ਦੱਸਣਾ ਚਾਹੀਦਾ ਕਿ ਇਹ ਜਿਹੜਾ ਐਡਾ ਵੱਡਾ ਵਾਕਿਆ ਹੋਇਆ, ਜਿਹੜਾ ਕਿ ਇੰਨੀਆਂ ਮੌਤਾਂ ਹੋਈਆਂ, ਘਰਾਂ ਦੇ ਘਰ ਮੈਨੂੰ ਪੱਟੇ ਗਏ, ਔਰ ਜਿਹੜੇ ਜਿਨ੍ਹਾਂ ਫੈਮਲੀਆਂ ਦੇ ਜੀਅ ਗੁਜ਼ਰੇ ਹੈ ਉਹ ਫੈਮਲੀਆਂ ਤਾਂ ਕਦੇ ਭੁੱਲ ਹੀ ਨਹੀਂ ਸਕਦੀਆਂ। ਉਹਨਾਂ ਔਰ ਉਹਦਾ ਇਹ ਨਹੀਂ ਹੁੰਦਾ ਜਿੱਥੇ ਇੱਕ ਨੌਜਵਾਨ ਮਾਰਿਆ ਗਿਆ, ਉਹ ਇਕੱਲਾ ਇਹ ਨਹੀਂ ਕਿ ਜਿਹਨਾਂ ਦਾ ਪੁੱਤ ਸੀਗਾ, ਉਹ ਜਿਹਨਾਂ ਦਾ ਭਤੀਜਾ ਸੀ ਔਰ ਜਿਹਨਾਂ ਦਾ ਭਾਂਜਾ ਸੀ ਜੀ, ਮੈਨੂੰ ਉਹ ਸਾਰੀਆਂ ਫੈਮਲੀਆਂ ਐਕਸੈਪਟ ਹੁੰਦੀਆਂ ਕਿਉਂਕਿ ਉਹ ਭੈਣਾਂ ਨਹੀਂ ਭੁੱਲਦੀਆਂ ਕਿਸੇ ਭਰਾ ਨੂੰ, ਭੂਆ ਨਹੀਂ ਭੁੱਲਦੀਆਂ ਆਪਣੇ ਭਤੀਜੇ ਨੂੰ ਜਿਹੜਾ ਮਾਰਿਆ ਗਿਆ, ਮਾਸੀਆਂ ਨਹੀਂ ਭੁੱਲਦੀਆਂ ਆਪਣੇ ਭਾਣਜੇ ਨੂੰ ਜਿਹੜਾ ਮਾਰਿਆ ਗਿਆ। So there are so many families which are associated, which are affected by that. So ਸਾਨੂੰ ਮਤਲਬ ਇਹੀ ਜਿਹੜਾ ਹੈ ਕਿ ਜਿਹੜਾ ਉਹ ਲੈਸਨ ਇਹੀ ਲੈਣ ਦੀ ਲੋੜ ਹੈ ਕਿ ਗਲਤ ਤਰੀਕੇ ਨਾਲ ਉਸ ਵਕਤ ਫੈਸਲੇ ਲਏ ਗਏ, ਉਹਨਾਂ ਦਾ ਇੰਨਾ ਨੁਕਸਾਨ ਹੋਇਆ, ਤੇ ਸਾਨੂੰ ਨਵੇਂ ਢੰਗ ਨਾਲ ਸੋਚਣ ਦੀ ਲੋੜ ਹੈ। ਸਾਨੂੰ ਫੈਡਰਲਿਜ਼ਮ ਲਈ ਫਾਈਟ ਕਰਨ ਦੀ ਲੋੜ ਹੈ ਕਿ ਇੰਡੀਆ ਨੂੰ ਹੋਰ ਤਰੀਕੇ ਨਾਲ ਗਵਰਨ ਕਰਨ ਦੀ ਲੋੜ ਹੈ। ਜਿਵੇਂ ਇੰਦਰਾ ਗਾਂਧੀ ਨੇ ਗਵਰਨ ਕੀਤਾ ਜਾਂ ਹੁਣ ਦੀ ਸਰਕਾਰ ਗਵਰਨ ਕਰ ਰਹੀ, ਉਹ ਗਲਤ ਹੈ। ਇਹਦੇ ਤੋਂ ਨਵੇਂ ਪ੍ਰੋਬਲਮ ਕ੍ਰੀਏਟ ਕਰਨਗੀਆਂ। ਦੇਸ਼ ਦੇ ਵਿੱਚ ਫੈਡਰਲ ਢਾਂਚਾ ਲਾਉਣ ਦੀ ਲੋੜ ਹੈ ਜਿਹਦੇ 'ਚ ਹਿਊਮਨ ਰਾਈਟਸ ਦੀ ਇੰਪੋਰਟੈਂਸ ਹੋਵੇ, ਮਨੁੱਖੀ ਅਧਿਕਾਰਾਂ ਦੀ ਇੰਪੋਰਟੈਂਸ ਹੋਵੇ, ਜਿਹੜੀ ਕਿ ਨਹੀਂ ਕੀਤੀ ਗਈ। ਜਿਹੜਾ ਐਨਕਾਊਂਟਰ 'ਚ ਮਾਰ ਦੇਣਾ ਔਰ ਉਸ ਬੰਦੇ ਨੂੰ ਉਹਦੀ ਪੁੱਛ ਪੜਤਾਲ ਹੀ ਨਾ ਹੋਣੀ, ਇਹ ਉਸੇ ਸਿੱਟੇ 'ਚੋਂ ਪੈਦਾ ਹੋਇਆ ਕਿਉਂਕਿ ਭਾਵਨਾਵਾਂ ਇੰਨੀਆਂ ਭੜਕਾਈਆਂ ਗਈਆਂ ਕਿ ਜੇ ਇੱਕ ਪੁਲਿਸ ਦਾ ਅਫਸਰ ਮਾਰਦਾ ਤਾਂ ਪੁਲਿਸ ਅਫਸਰ ਨੂੰ ਇਨਾਮ ਦਿੱਤੇ ਜਾਂਦੇ ਆ, ਉਹ ਤੇ ਇਨਕੁਆਇਰੀ ਨਹੀਂ ਹੁੰਦੀ, ਉਹਨੂੰ ਕੋਈ ਅਕਾਊਂਟੇਬਿਲਿਟੀ ਨਹੀਂ ਹੁੰਦੀ। ਤਾਂ ਜਿਹੜੀਆਂ ਇਹਦੇ ਤੋਂ ਇਹ ਲੈਸਨ ਲਿਖਣ ਦੀ ਲੋੜ ਹੈ ਕਿ ਲੋਕਾਂ ਦੀਆਂ ਮੰਗਾਂ ਨੂੰ ਰਿਸਪੈਕਟ ਨਾਲ ਟਰੀਟ ਕਰਨ ਦੀ ਲੋੜ ਹੈ, ਉਹਨਾਂ ਨੂੰ ਰਿਜ਼ੋਲਵ ਕਰਨ ਦੀ ਲੋੜ ਹੈ, ਉਹਨਾਂ ਨੂੰ ਦਬਾਉਣ ਦੀ ਲੋੜ ਨਹੀਂ। ਕਿ ਜਿਹੜਾ ਦਬਾਉਣ ਦਾ ਤਰੀਕਾ ਹੈ ਉਹ ਗਲਤ ਹੈ। ਸਭ ਤੋਂ ਵੱਡਾ ਜਿਹੜਾ ਲੈਸਨ ਅਸੀਂ ਆਪਣੇ ਬੱਚਿਆਂ ਨੂੰ, ਆਪਣੀ ਅਗਲੀਆਂ ਜਨਰੇਸ਼ਨ ਨੂੰ ਦੇ ਸਕਦੇ ਹਾਂ ਕਿ ਉਹ ਤਰੀਕਾ ਜਿੱਥੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਉੱਠਦੀਆਂ ਉਹਨਾਂ ਨੂੰ ਦਬਾਇਆ ਜਾਂਦਾ ਜਦੋਂ, ਤਾਂ ਉਹਦੇ ਚੋਂ ਬੁਰੇ ਨਤੀਜੇ ਪੈਦਾ ਹੁੰਦੇ ਆ। ਜੀ, ਡਾਕਟਰ ਪ੍ਰੀਤਮ ਸਿੰਘ ਜੀ, ਇਸ ਗੱਲਬਾਤ ਦੇ ਲਈ, ਸਮਾਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ।